ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਦ੍ਰਿੜ ਹਿਰਦੇ ਅਗਿਆਨ ਜੋ ਬਹੁ ਬਿਧ ਜਗਤ ਬਨਾਓ। ਗਿਆਨ ਭਏ ਤੇ ਨਸ਼ਟ ਹਵੈ ਚਹਿਤ ਜੇ ਸਤਿਗੁਰ ਧਿਆਓ। ਦ੍ਰਿੜ ਹਿਰਦੇ ਅਗਿਆਨ ਜੋ ਬਹੁ ਬਿਧ ਜਗਤ ਬਨਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਸਵਾਰੇ ਗੁਰੂ ਪਿਆਰੇ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਆਪ ਸਾਰੀਆਂ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ। ਜੋ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਕਾਦਰੇ ਹਰ ਕਾਰ ਹਨ, ਬੇਕਸਾਂ ਦੇ ਮਿੱਤਰ ਹਨ, ਯਾਰ ਹਨ, ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਯੁੱਗਾਂ ਤੱਕ ਇਸ ਪਾਵਨ ਧਰਤੀ ਤੇ ਤਪ ਕੀਤਾ। ਇਹ ਧਰਤੀ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚੋਂ ਪੂਜਨੀਕ ਸੱਚੇ ਪਾਤਸ਼ਾਹ ਮਹਾਰਾਜ ਨੇ ਬਣਾਈ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰ ਰਹੇ ਹੋ। ਵੱਡਿਆਂ ਭਾਗਾਂ ਤੋਂ ਬਿਨਾਂ ਇਹ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਸੁਭਾਗੇ ਸਮੇਂ ਪ੍ਰਾਪਤ ਨਹੀਂ ਹੁੰਦੇ। ਭਾਗਾਂ ਤੋਂ ਹੀਣੇ ਭਰਮਾਂ ਵਿੱਚ ਪਏ ਹੋਏ ਚੋਟਾਂ ਖਾਂਦੇ ਐ, ਤੇ ਜਿਨ੍ਹਾਂ ਦੇ ਭਾਗ ਭਲੇ ਹੋਵਣ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸਦੇ ਹਨ। ਸੋ ਆਪ ਸਾਰੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ, ਜੋ ਸਾਹਿਬ ਕਮਾਲ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਦਰਸ਼ਨ ਕਰਕੇ ਚਰਨ ਪਰਸ ਕੇ ਆਨੰਦ ਪ੍ਰਾਪਤ ਕਰ ਰਹੇ ਹੋ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਦਰ ਘਰ ਦੇ ਸਾਜੇ ਨਵਾਜੇ ਸਿੰਘ ਸਾਹਿਬ ਨੇ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਾਹਿਬ ਜੀ ਦੇ ਪਾਵਨ ਪਵਿੱਤਰ ਤਖ਼ਤ ਸਾਹਿਬ ਤੇ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਨਿਰੰਜਨ ਸਰੂਪ ਹਨ, ਨਿਰੰਕਾਰ ਸਰੂਪ ਹਨ, ਮਾਤ ਲੋਕ ਤੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਮਨੁੱਖੀ ਸਰੀਰ ਨੂੰ ਧਾਰਨ ਕੀਤਾ ਹੋਇਆ ਹੈ। ਐਸੇ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਸਾਧ ਸੰਗਤ ਜੀ ਕਥਾ ਇਤਿਹਾਸ ਦੀ ਚੱਲ ਰਹੀ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀਗਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਏਮਨਾਬਾਦ ਦੇ ਸਥਾਨ ਤੇ ਸੰਗਤਾਂ ਨੂੰ ਦਰਸ਼ਨ ਦੇ ਰਹੇ, ਸ਼ੋਭਨੀਕ ਹੋ ਰਹੇ ਹੈ। ਇੱਥੋਂ ਦੇ ਹੰਕਾਰੀ ਪੁਰਸ਼ਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਹੈ। ਇਹਨਾਂ ਦਾ ਹੰਕਾਰ ਤੋੜਨ ਵਾਲਾ ਕੋਈ ਬਲੀ ਆ ਰਿਹਾ ਹੈ, ਤੇ ਉਹ ਕੌਤਕ ਦੇਖਣ ਵਾਸਤੇ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਏਮਨਾਬਾਦ ਦੇ ਵਿੱਚ ਰੋਗੇ ਹਨ। ਭਾਈ ਲਾਲੋ ਜੀ ਅਤੇ ਇੱਕ ਹੋਰ ਰੱਬ ਦਾ ਪਿਆਰਾ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੋਵਾਂ ਨੂੰ ਹੁਕਮ ਕੀਤਾ ਹੈ, ਇੱਥੋਂ 4 ਕੋਹ ਤੇ ਤਲਾਬ ਹੈ, ਉਹ ਸੁੱਕਾ ਹੋਇਆ ਹੈ, ਉੱਥੇ ਚਲੇ ਜਾਵੋ, ਬਚ ਜਾਵੋਗੇ। ਇਹ ਰਾਤ ਨੂੰ ਹੀ ਆਪਣਾ ਪਰਿਵਾਰ ਲੈ ਕੇ ਉੱਥੇ ਪਹੁੰਚ ਗਏ। ਰਾਤ ਨੂੰ ਹਮਲਾ ਕਰ ਦਿੱਤਾ ਹੈ ਬਾਬਰ ਨੇ, ਬਹੁਤ ਵੱਡਾ ਭਾਰੀ ਏਮਨਾਬਾਦ। ਜੋ ਹਾਲਤ ਏਮਨਾਬਾਦ ਦੇ ਹੋ ਰਹੇ ਹੈ, ਉਸੇ ਦੀ ਹੀ ਕਥਾ ਸੰਗਤ ਜੀ ਚੱਲ ਰਹੀ ਹੈ। ਕਿਵੇਂ ਵਸਦੇ ਹੱਸਦੇ ਘਰ ਉਜੜ ਗਏ,
ਕਿਸ ਤਰ੍ਹਾਂ ਪਤੋਂ ਬੇਪਤੀਆਂ ਹੋਈਆਂ, ਕਿਵੇਂ ਸਾਰੇ ਸ਼ਹਿਰ ਦੇ ਵਿੱਚ ਲਹੂ ਹੀ ਲਹੂ ਡੁੱਲਿਆ ਫਿਰਦਾ ਹੈ, ਮਾਸ ਦੇ ਲੋਥੜੇ ਰੁਲਦੇ ਫਿਰਦੇ ਹੈ ਇਤਿਆਦਿਕ। ਇਹ ਸਾਰਾ ਏਮਨਾਬਾਦ ਦੀ ਲੁੱਟ ਦਾ ਇਤਿਹਾਸ ਜਿਹੜਾ ਹੈ ਉਹ ਸਾਧ ਸੰਗਤ ਜੀ ਚੱਲ ਰਿਹਾ ਹੈ। ਉਤਰਾਰਧ ਦਾ 27ਵਾਂ ਅਧਿਆਇ ਹੋ ਗਿਆ। 28ਵੇਂ ਅਧਿਆਇ ਦੀ ਕਥਾ ਅੱਜ ਆਰੰਭ ਹੋ ਰਹੀ ਹੈ। ਜੋ ਕਾਵਿ ਦੀ ਮਰਜ਼ਾਦਾ ਹੈ ਕਿ ਪਹਿਲੇ ਮੰਗਲ ਕਰਨਾ ਆਪਣੇ ਇਸ਼ਟ ਦਾ, ਆਪਣੇ ਗੁਰੂ ਦਾ, ਵਿਦਿਆ ਦਾ, ਵਿਦਿਆ ਦਾਤੇ ਆਦਿਕ ਦਾ, ਫਿਰ ਕਵਿਤਾ ਨੂੰ ਅੱਗੇ ਸ਼ੁਰੂ ਕਰਨਾ। ਉਹਦੇ ਮੁਤਾਬਕ ਇਸ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਉਹ ਮੰਗਲ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ। ਇਤਿਹਾਸ ਦੀ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇਹ ਬਚਨ ਕਹੇ ਸੀ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਬੋਲਿਆ ਬੋਲੀਏ ਸੱਚ ਧਰਮ, ਧਰਮ ਹੀ ਹੈ ਸੱਚ ਬੋਲਣ ਦਾ। ਸੋ ਜੋ ਹੋਣਾ ਹੈ, ਜੋ ਭਾਣਾ ਵਰਤਣਾ ਹੈ, ਜੋ ਪਾਪ ਹੋਇਆ ਹੈ, ਜੋ ਪਾਪ ਨੇ ਜ਼ੁਲਮ ਦਾ ਸਰੂਪ ਧਾਰਨ ਕਰਕੇ ਹਮਲਾ ਕੀਤਾ ਹੈ, ਉਹ ਸਾਰਾ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਦਰਸਾ ਦਿੱਤਾ ਸੀ। ਭਾਈ ਲਾਲੋ ਜੀ ਨੂੰ ਸੁਣਾ ਦਿੱਤਾ ਸੀਗਾ। ਲੁੱਟ ਹੋ ਰਹੀ ਹੈ ਸ਼ਹਿਰ ਦੀ। ਇਸੇ ਤਰ੍ਹਾਂ ਬੜੀਆਂ ਬੜੀਆਂ ਮਾੜੀਆਂ ਮਹਿਲ ਅਟਾਰੀਆਂ ਮਿੱਟੀ ਦੇ ਵਿੱਚ ਰਲਦੇ ਜਾਂਦੇ ਹੈ। ਕਿੰਨੇ ਲੋਕ ਬੇਦੋਸ਼ੇ ਮਰਦੇ ਜਾਂਦੇ ਹੈ। ਇੱਥੋਂ ਹੀ ਇਤਿਹਾਸ ਦੀ ਅੱਗੇ ਆਰੰਭਤਾ ਹੋ ਰਹੀ। ਮਨ ਬਿਰਤੀਆਂ ਨੂੰ ਇਕਾਗਰ ਕਰ ਸਰਵਣ ਕਰੀਏ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਦ੍ਰਿੜ ਹਿਰਦੇ ਅਗਿਆਨ ਜੋ ਬਹੁ ਬੇਦ ਜਗਤ ਬਨਾਓ। ਸੋ ਮੰਗਲ ਕਰਦੇ ਹਨ। ਕਹਿੰਦੇ ਇਹ ਜਿਹੜਾ ਮਨ ਹੈ ਨਾ ਹਿਰਦਾ, ਇਹਨੇ ਅਗਿਆਨ ਨੂੰ ਦ੍ਰਿੜ ਕੀਤਾ ਹੋਇਆ। ਜੋ ਨਹੀਂ ਹੈ ਉਸ ਨੂੰ ਘੁੱਟ ਕੇ ਨੇ ਫੜਿਆ ਹੋਇਆ ਹੈ। ਅਗਿਆਨ ਕੀ ਬਹੁ ਵਿਧ ਜਗਤ ਬਣਾਓ। ਸੰਸਾਰ ਦੇ ਵਿੱਚ ਜਿਹੜੇ ਕਈ ਕੁਛ ਪਹਾੜ, ਜੰਗਲ, ਫੁੱਲ, ਫਲ, ਨਦੀਆਂ, ਖਾਣ ਪੀਣ, ਪਹਿਰਾਵਾ, ਸੁੱਖ ਦੇ ਸਾਧਨ ਆਦਿਕ ਹਨ। ਇਹ ਮਨ ਜਿਹੜਾ ਹੈ ਅਗਿਆਨਤਾ ਦੇ ਵਿੱਚ ਪਿਆ ਹੋਇਆ, ਇਹਨਾਂ ਸਾਰੀਆਂ ਵਸਤੂਆਂ ਨੂੰ ਸੱਚ ਕਰਕੇ ਮੰਨੀ ਬੈਠਾ ਹੈ। ਗਿਆਨ ਭਏ ਤੇ ਨਸ਼ਟ ਹਵੈ, ਚਹਿਤ ਜੇ ਸਤਿਗੁਰ ਧਿਆਓ। ਤੇ ਜਦੋਂ ਗਿਆਨ ਹੋ ਜਾਂਦਾ ਹੈ ਨਾ, ਉਹ ਰੱਸੀ ਅਗਿਆਨ ਦੇ ਵਿੱਚ ਸੱਪ ਦਿਸਦੀ ਹੈ ਹਨੇਰੇ ਦੇ ਵਿੱਚ, ਤੇ ਜਦੋਂ ਚਾਨਣ ਹੋ ਜਾਂਦਾ ਹੈ ਉਹ ਕਹਿੰਦੇ ਐਵੇਂ ਹੀ ਡਰੀ ਗਏ, ਤਾਂ ਰੱਸੀ ਹੈਗੀ ਹੈ। ਇਸੇ ਤਰ੍ਹਾਂ ਅਗਿਆਨ ਦੇ ਵਿੱਚ ਇਹ ਸਾਰੇ ਪਦਾਰਥਾਂ ਦੀ ਉਧੇੜ ਬੁਣ ਇਹ ਮਨ ਕਰਦਾ ਰਹਿੰਦਾ ਹੈ। ਤੇ ਜਦੋਂ ਗੁਰੂ ਜੀ ਕਿਰਪਾ ਕਰਦੇ ਆ, ਗਿਆਨ ਹੋ ਜਾਂਦਾ ਹੈ, ਫਿਰ ਇਹ ਸਾਰੀਆਂ ਵਸਤੂਆਂ ਵੱਲੋਂ ਮਨ ਮੁੜ ਜਾਂਦਾ ਹੈ ਵੀ ਇਹ ਥਿਰ ਰਹਿਣ ਵਾਲੀਆਂ ਨਹੀਂ ਹਨ, ਇਹਨਾਂ ਦੇ ਵਿੱਚ ਮੋਹ ਕੀ ਪਾਉਣਾ ਹੈ। ਕੁਝ ਲੋਕ ਇਹੋ ਜਿਹੇ ਹੁੰਦੇ ਆ ਖਾਣ ਦੇ ਮਰੇ ਹੋਏ, ਪਦਾਰਥਾਂ ਦੇ ਉੱਤੇ ਮਰ ਜਾਂਦੇ ਹੈ। ਢਿੱਡ ਭਰ ਜਾਂਦਾ ਪਰ ਅੱਖਾਂ ਨਹੀਂ ਭਰਦੀਆਂ, ਮਨ ਨਹੀਂ ਭਰਦਾ, ਭਾਵੇਂ ਖਾ ਕੇ ਬਿਮਾਰ ਹੀ ਹੋ ਜਾਣ। ਤੇ ਕੰਮਕਾਰ ਉਹਨਾਂ ਕਰਨਾ ਕੋਈ ਨਹੀਂ ਹੈ, ਸੇਵਾ ਨਹੀਂ ਕਰਨੀ, ਸਿਮਰ ਨਹੀਂ ਕਰਨਾ, ਖਾਣ ਦੇ ਵਿੱਚ ਹੀ ਮਸਤ ਰਹਿਣਾ। ਉਹ ਅਗਿਆਨੀ ਲੋਕ। ਇਸੇ ਤਰ੍ਹਾਂ ਕੁਝ ਲੋਕ ਉਹ ਵੀ ਹੁੰਦੇ ਹੈ, ਰੁੱਖੀ ਮਿੱਸੀ ਜਿਹੇ ਜੀ ਮਿਲ ਗਈ, ਸਰੀਰ ਨੂੰ ਚੱਲਦੇ ਰੱਖਣ ਵਾਸਤੇ ਉਹ ਉਧਰ ਨੂੰ ਪਾਲਦੇ ਹੈ, ਖਾਣ ਵਾਸਤੇ ਨਹੀਂ ਜਿਉਂਦੇ, ਜਿਉਣ ਵਾਸਤੇ ਖਾਂਦੇ ਹੈ। ਇਸ ਤਰ੍ਹਾਂ ਅਗਿਆਨੀ ਜੀਵ ਜਿਹੜੇ ਹਨ
ਉਹਨਾਂ ਨੂੰ ਇਹ ਖਾਣਾ ਪੀਣਾ ਪਹਿਨਣਾ ਹੱਸਣਾ ਮਹਿਲ ਮਕਾਨ ਅਟਾਰੀਆਂ ਕਾਰਾਂ ਆਦਿਕ ਸੁਖ ਦੇ ਸਾਧਨ ਇਹ ਸੱਚ ਭਾਸਦੇ ਹੈ। ਪਰ ਭਾਈ ਸਾਹਿਬ ਗ੍ਰੰਥ ਕਰਤਾ ਕਹਿੰਦੇ ਮਨਾ ਹੁਣ ਤੈਨੂੰ ਗਿਆਨ ਹੋ ਗਿਆ, ਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਹੈ। ਇਹ ਸਾਰਾ ਕੁਛ ਨਾਸਵੰਤ ਹੈ, ਨਾਲ ਨਿਭਣ ਵਾਲਾ ਕੁਛ ਨਹੀਂ ਹੈ। ਤੇ ਗਿਆਨੀ ਮਨ ਦੇ ਨਾਲ ਹੁਣ ਤੂੰ ਕੇਵਲ ਗੁਰਾਂ ਦੀ ਕਥਾ ਹੀ ਅੱਗੇ ਸਰਵਣ ਸੰਗਤਾਂ ਨੂੰ ਕਰਾ। ਮਨ ਵਿੱਚ ਇਹ ਗੰਢ ਬੰਨ੍ਹ ਲੈ ਵੀ ਇਹ ਨਾਲ ਜਾਣ ਵਾਲੀ ਵਸਤੂ ਕੋਈ ਨਹੀਂ ਹੈ। ਜਿਨ੍ਹਾਂ ਗੁਰਾਂ ਦੀ ਕਥਾ ਸੰਗਤ ਨੂੰ ਸਰਵਣ ਕਰਵਾ ਰਿਹਾ, ਇਹਨਾਂ ਗੁਰਾਂ ਨੇ ਆਸਰਾ ਬਣਨਾ ਤੇਰਾ, ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ। ਹਰ ਦਰਗਾਹ ਕਾ ਬਸੀਠ, ਇੱਥੇ ਵੀ ਤੈਨੂੰ ਬਾਹੋਂ ਫੜ ਕੇ ਪਾਰ ਲਗਾਉਣਾ ਹਰ ਮਾੜੇ ਦੁੱਖ ਦੇ ਸਮੇਂ ਤੇ। ਅੱਗੇ ਵੀ ਤੇਰਾ ਵਕੀਲ ਬਣ ਕੇ ਤੇਰੀ ਰੱਖਿਆ ਕਰਨੀ ਹੈ। ਸੋ ਇਸ ਵਾਸਤੇ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰ ਗਿਆਨਵਾਨ ਹੋ ਕੇ। ਸ਼੍ਰੀ ਬਾਲਾ ਸੰਧੋਰ ਵਾਚ। ਬਾਬਾ ਬਾਲਾ ਸਾਹਿਬ ਜੀ ਇਹ ਗੁਰੂ ਅੰਗਦ ਸਾਹਿਬ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਵਾ ਰਹੇ ਹੈ। ਚਾਉ ਪਏ ਸ਼੍ਰੀ ਅੰਗਦ ਸੁਨ ਕਥਾ ਅਗਾਰੇ। ਬਾਬਾ ਬਾਲਾ ਜੀ ਕਹਿੰਦੇ ਮਹਾਰਾਜ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀ ਕੌਤਕ ਵਰਤਾ ਰਹੇ ਹੈ। ਤੋਪਾਂ ਚੱਲ ਰਹੀਆਂ, ਬੰਦੂਕਾਂ ਚੱਲ ਰਹੀਆਂ, ਤਲਵਾਰਾਂ ਨੇਜੇ ਢਾਲਾਂ ਤੇ ਖਟਾ ਖਟ ਹਥਿਆਰ ਵੱਜ ਰਹੇ ਹੈ। ਮਾਰ ਚੀਕ ਚਿਹਾੜਾ ਪਿਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਡੋਲ ਰਤੀ ਰੋੜੀ ਤੇ ਬੈਠੇ ਹੋਏ ਹੈ, ਪਰਮੇਸ਼ਵਰ ਦੇ ਰੰਗ ਦੇ ਵਿੱਚ ਪਿਆਰ ਦੇ ਵਿੱਚ। ਤੇ ਐਸੇ ਗੁਰਾਂ ਦੀ ਕਥਾ ਨੂੰ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਸਰਵਣ ਕਰੋ। ਸੈਨ ਦੇਖ ਸੇ ਸੰਤ ਸਿਧਾਰੇ। ਪਰ ਜਦੋਂ ਫੌਜ ਬਹੁਤੀ ਚੜ੍ਹ ਕੇ ਆ ਗਈ ਨਾ ਇਮਨਾਬਾਦ ਤੇ, ਜਿਹੜੇ ਸਤਿਗੁਰਾਂ ਦੇ ਨਾਲ ਸਾਧੂ ਸੀਗੇ ਆਏ ਹੋਏ, ਜਿਹੜੇ ਭੋਜਨ ਪ੍ਰਸ਼ਾਦ ਲੈਣ ਵਾਸਤੇ ਗਏ ਤੇ ਜਿਨ੍ਹਾਂ ਦੀ ਬੇਅਦਬੀ ਕੀਤੀ ਸੀ ਇਮਨਾਬਾਦ ਦੇ ਲੋਕਾਂ ਨੇ, ਤੇ ਜਿਨ੍ਹਾਂ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਕੋਈ ਨਹੀਂ ਜਮ ਕਰ ਮੁਗਲ ਚੜ੍ਹਾਇਆ, ਮੌਤ ਰੂਪੀ ਆ ਰਿਹਾ ਹੈ ਮੁਗਲ ਚੜ੍ਹ ਕੇ, ਮਤ ਦੇ ਦੇਵੇਗਾ ਟਿਕਾਣੇ ਇਹਨਾਂ ਦੀ। ਉਹ ਸਾਧੂਆਂ ਨੇ ਦੇਖਿਆ ਫੌਜ ਵੱਡੀ ਭਾਰੀ ਚੜ੍ਹ ਕੇ ਆ ਗਈ ਹੈ। ਮਹਾਰਾਜ ਕਹਿਣ ਲੱਗੇ ਸੰਤ ਜੀ ਤੁਸੀਂ ਤਾਂ ਜਾਓ, ਤੁਸੀਂ ਇਹ ਲੜਾਈ ਚੋਂ ਕੀ ਲੈਣਾ ਗਾ, ਅਸੀਂ ਨਜ਼ਾਰਾ ਤੱਕਦੇ ਹਾਂ। ਉਹ ਸਾਧੂ ਸਾਰੇ ਉੱਠ ਕੇ ਚਲੇ ਗਏ। ਸ਼ੇਰੇ ਗੁਰ ਬੈਸ ਰਹੇ ਤੇ ਥਾਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਏਮਨਾਬਾਦ ਦੇ ਵਿੱਚ ਜੋ ਭਾਣੇ ਵਰਤ ਰਹੇ ਹੈ ਉਹ ਸਾਰੇ ਦੇਖਣ ਵਾਸਤੇ ਰੁਕ ਗਏ। ਇੱਕ ਮੈਂ ਸੰਗ ਦੋਤੇ ਬਰਦਾਨਾ। ਬਾਬਾ ਬਾਲਾ ਸਾਹਿਬ ਜੀ ਦੱਸਦੇ ਕਹਿੰਦੇ ਹੈ ਸੱਚੇ ਪਾਤਸ਼ਾਹ ਮਹਾਰਾਜ ਇੱਕ ਮੈਂ ਰਹਿ ਗਿਆ, ਮੇਰੇ ਨਾਲ ਭਾਈ ਮਰਦਾਨਾ ਜੀ ਬੈਠੇ ਹੋਏ ਹੈ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਜੀ ਦੇ ਪਾਸ। ਤੇ ਛੇਨ ਇੱਕ ਮੁਗਲ ਚੱਲ ਆਇਓ। ਇਹ ਮਹਾਰਾਜ ਉਸੇ ਸਮੇਂ ਇੱਕ ਮੁਗਲ ਸਾਡੇ ਪਾਸ ਆਇਆ। ਹਮੈ ਦੇਖ ਨਿਜ ਦਾਸ ਬੁਲਾਇਓ। ਅਤੇ ਸਾਨੂੰ ਵੇਖ ਕੇ ਇੱਕ ਸੇਵਕ ਨੂੰ ਉਸਨੇ ਆਵਾਜ਼ ਮਾਰੀ। ਤੇ ਸੋ ਕਹਿਣ ਬੈਠੇ ਰਹੋ, ਰੌਲਾ ਨਾ ਪਾਓ ਭਾਈ, ਤੂੰ ਚੁੱਪ ਚਲੋ। ਤੇ ਸੋ ਕਹਿਣ ਲਗਿਓ ਬਚ ਐਸੇ। ਉਹ ਮੁਗਲ ਜਿਹੜਾ ਸੀ ਨਾ ਆਪਣੇ ਸੇਵਾਦਾਰ ਨੂੰ ਕਹਿਣ ਲੱਗਾ ਇਹ ਮਾਨਵ ਤੀਨੋ ਜੇ ਬੈਸੇ। ਆ ਜਿਹੜੇ ਤਿੰਨੇ ਬੈਠੇ ਹੋਏ ਹੈ ਭਾਵ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇੱਕ ਭਾਈ ਬਾਲਾ ਜੀ ਬਾਬਾ ਜੀ, ਇੱਕ ਭਾਈ ਮਰਦਾਨਾ ਜੀ। ਸਿਰ ਬੋਝੇ ਧਾਰ ਕਰੋ ਨਾ ਦੇਰੇ। ਇਹਨਾਂ ਦੇ ਇਸ ਤਰ੍ਹਾਂ ਕਰੋ ਵੀ ਫੜ ਕੇ ਗ੍ਰਿਫਤਾਰ ਕਰ ਲਓ। ਆ ਜਿਹੜੀ ਭਾਰ ਬਰਦਾਰੀ ਆਪਣੇ ਕੋਲ ਸਮਾਨ ਹੈ ਇਹਨਾਂ ਤਿੰਨਾਂ ਦੇ ਸਿਰ ਤੇ ਰੱਖ ਦੇਵੋ। ਗਹਿ ਲੈ ਚਲਿਏ ਇਨ ਕੋ ਡੇਰੇ। ਅਤੇ ਜਿੱਥੇ ਆਪਣਾ ਡੇਰਾ ਲੱਗਾ ਹੋਇਆ ਹੈਗਾ ਫੜ ਕੇ ਇਹਨਾਂ ਨੂੰ ਉੱਥੇ ਲੈ ਚੱਲੋ। ਤਿਨ ਉਠਾਏ ਕਰ ਲੈਨ ਅਗਾਰੇ। ਤੇ ਇਸ ਤਰ੍ਹਾਂ ਹੀ ਕੀਤਾ। ਉਹ ਜਿਹੜੇ ਨੌਕਰ ਨੂੰ ਆਵਾਜ਼ ਮਾਰੀ ਸੀ ਮੁਗਲ ਨੇ, ਧਰੇ ਸੇਸ ਪਰ ਭਾਰ ਜੇ ਭਾਰੇ। ਉਹ ਜਿਹੜੇ ਭਾਰੀ ਵਜਨ ਸੀ ਬੋਝਾ ਸੀਗਾ ਉਹ ਸਾਡੇ ਸਿਰ ਤੇ ਰੱਖ ਦਿੱਤਾ। ਮਰਦਾਨੇ ਕੋ ਆਸ ਪਕਰਾਵਾ। ਬਾਬਾ ਮਰਦਾਨਾ ਜੀ ਜਿਹੜੇ ਸੀਗੇ ਉਹਨਾਂ ਦੇ ਹੱਥ ਵਿੱਚ ਤੇ ਘੋੜੇ ਫੜਾ ਦਿੱਤੇ। ਮੈਂ ਇੱਕ ਬੋਝਾ ਸੇਸ ਉਠਾਵਾ। ਬਾਬਾ ਬਾਲਾ ਜੀ ਕਹਿੰਦੇ ਆ ਵੀ ਇੱਕ ਭਾਰ ਦੀ ਪੰਡ ਮੇਰੇ ਸਿਰ ਤੇ ਰੱਖ ਦਿੱਤੇ। ਸ਼੍ਰੀ ਪ੍ਰਭ ਕੇ ਸਿਰ ਧਰਨੇ ਲਾਗੇ। ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਤੇ ਲੱਗਣ ਰੱਖੇ ਹਨ ਪੰਡ। ਮਹਿਮਾ ਲਖੈ ਨਾ ਮੋੜ ਕੋ ਭਾਗੇ। ਇਹ ਮੂਰਖ ਲੋਕ ਹੈ
ਇਹ ਜਾਣਦੇ ਨਹੀਂ ਵੀ ਜਿਨ੍ਹਾਂ ਦੇ ਸਿਰ ਤੇ ਅਸੀਂ ਭਾਰ ਲੱਗੇ ਰੱਖਣੇ ਕੌਣ ਹਨ। दोहरा एक हाथ ऊंचे रहे ऊपर शेष टिके ना। ਉਹ ਜਿਹੜੀ ਪੰਡ ਚੁਕਾਈ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ, ਉਹ ਹਜੂਰ ਦੇ ਸੀਸ ਤੋਂ ਇੱਕ ਹੱਥ ਉੱਚੀ, ਉਹ ਸਿਰ ਤੇ ਟਿਕਦੀ ਨਹੀਂ, ਥੱਲੇ ਰੱਖਦੇ ਤੇ ਉੱਪਰ ਹੀ ਰਹਿੰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਸੀਸ ਤੋਂ। चले संग सहजे प्रभु जह डेरा तह केन। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਇਹਨਾਂ ਮੁਗਲਾਂ ਦੇ ਨਾਲ ਚੱਲ ਪਏ ਜਿੱਥੇ ਡੇਰਾ ਕੀਤਾ ਹੋਇਆ ਸੀ। चौपाई जब हे गमने पंथ मझारे। ਜਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਗਏ हम दोनों चल जाहे पिछारे। ਤੇ ਸੱਚੇ ਪਾਤਸ਼ਾਹ ਜੀ ਅੱਗੇ ਤੁਰੇ ਜਾਂਦੇ ਐ। ਬਾਬਾ ਬਾਲਾ ਜੀ ਕਹਿੰਦੇ ਮੈਂ ਤੇ ਭਾਈ ਮਰਦਾਨਾ ਜੀ ਅਸੀਂ ਸਤਿਗੁਰਾਂ ਦੇ ਪਿੱਛੇ ਤੁਰੇ ਜਾਂਦੇ ਐ। बोले बचन सुनो मर्दाना। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸਿਰ ਦੀ ਪੰਡ ਸਤਿਗੁਰਾਂ ਦੇ ਸੀਸ ਤੋਂ ਇੱਕ ਹੱਥ ਉੱਚੀ ਹੈ अब है ਤੇ ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ अब है रबाब बजाओ सुहाना। ਭਾਈ ਮਰਦਾਨਿਆ ਬਾਣੀ ਆਈ ਹੈ ਭਾਈ ਰਬਾਬ ਵਜਾ। प्रभ जे किस विध तार बजावां। ਭਾਈ ਮਰਦਾਨਾ ਕਹਿੰਦਾ ਮਹਾਰਾਜ ਯੱਬ ਨੂੰ ਫੜਿਆ, ਘੋੜੇ ਤੇ ਨਜ਼ਾਰ ਮੇਰੇ ਹੱਥ 'ਚ ਫੜਾਏ ਹੋਏ ਨਾ ਮੁਗਲਾਂ ਨੇ, ਮੈਂ ਕਿਵੇਂ ਵਜਾਵਾਂ ਰਬਾਬ, ਤਾਰ ਤੇ ਕਿਵੇਂ ਹੱਥ ਟਿਕਾਵਾਂ। हाथ बिखै पकड़े अस ल्यावां। ਆ ਮਹਾਰਾਜ ਨੂੰ ਘੋੜੇ ਫੜ ਕੇ ਮਸਾਂ ਪਿੱਛੇ ਪਿੱਛੇ ਤੁਰਿਆ ਜਾਂਦਾ, ਇਹਨਾਂ ਨੂੰ ਫੜਾਂਗੇ ਰਬਾਬ ਫੜ ਕੇ ਵਜਾਵਾਂ। हाथ चंचल कूदत सो आवत। ਇਹ ਮਹਾਰਾਜ ਘੋੜੇ ਵੀ ਕਿਹੜੇ ਪੱਧਰੇ ਆ, ਸਿੱਧੇ ਆ, ਇਹ ਤੇ ਬਹੁਤ ਤੇਜ਼ ਹੈ, ਚੰਚਲ ਹੈ ਤੇ ਪਿੱਛੇ ਛਾਲਾਂ ਮਾਰਦੇ ਮੇਰੇ ਪੈਰ ਵੜਦੇ ਆਉਂਦੇ ਆ। महाबली कर जोर थमावत। ਮਹਾਰਾਜ ਬੜੀ ਮੁਸ਼ਕਲ ਦੇ ਨਾਲ ਮਸਾਂ ਹੀ ਮੈਂ ਇਹਨਾਂ ਨੂੰ ਫੜਿਆ ਹੋਇਆ ਹੈ ਘੁੱਟ ਕੇ। जे छुट जाए ताए कित जाए। ਜੇ ਮਹਾਰਾਜ ਇਹ ਛੁੱਟ ਗਏ ਨਾ ਮੇਰੇ ਪਾਸੋਂ ਘੋੜੇ ਜਿਹੜੇ ਮੈਂ ਫੜੇ ਹੋਏ, ਇਹਨਾਂ ਨੇ ਭੱਜ ਜਾਣਾ ਕਿਸੇ ਪਾਸੇ ਨੂੰ। मुगल मार है मेरे ताए। ਤੇ ਮਹਾਰਾਜ ਘੋੜਿਆਂ ਨੇ ਭੱਜ ਜਾਣਾ ਹੈ ਤੇ ਮੁਗਲਾਂ ਨੇ ਕੁੱਟ-ਕੁੱਟ ਕੇ ਮੈਨੂੰ ਮਾਰ ਦੇਣਾ ਕਿ ਵੀ ਤੂੰ ਘੋੜੇ ਭਜਾ ਦਿੱਤੇ ਆ। वाहे गुरु मुख नाम उचारे। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਭਾਈ ਮਰਦਾਨਿਆ ਐ ਨਾ ਕਹੇ, ਵਾਹਿਗੁਰੂ ਸ਼ਬਦ ਰਸਨਾ ਤੋਂ ਬੋਲ, ਪਰਮੇਸ਼ਵਰ ਨੂੰ ਉਲਾਂਭਾ ਨਹੀਂ ਦੇਣਾ ਆਪਾਂ ਨੇ। छोड़ा हो बाज सो आए पिछारे। ਤੂੰ ਇਸ ਤਰ੍ਹਾਂ ਕਰ, ਵਾਹਿਗੁਰੂ ਕਹਿ ਕੇ ਘੋੜਿਆਂ ਦੇ ਰੱਸੇ ਖੁੱਲੇ ਛੱਡ ਦੇ, ਆਪੇ ਹੀ ਤੇਰੇ ਪਿੱਛੇ ਪਿੱਛੇ ਤੁਰੇ ਆਉਣਗੇ ਇਹ ਘੋੜੇ। सुन रजाए को छोड़ो बाजा। ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨਿਆ, ਭਾਈ ਮਰਦਾਨਾ ਜੀ ਨੇ ਘੋੜਿਆਂ ਦੇ ਰੱਸੇ ਖੋਲ ਦਿੱਤੇ लगो बजावन अपनो बाजा। ਅਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਹੁਕਮ ਦੇ ਨਾਲ ਭਾਈ ਮਰਦਾਨਾ ਜੀ ਨੇ ਮੋਢੇ ਤੋਂ ਰਬਾਬ ਲਾਹ ਕੇ ਵਜਾਉਣੀ ਸ਼ੁਰੂ ਕੀਤੀ। तेह छेन श्री प्रभ ऊंच उचारे। ਤੇ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਜੀ ਨੇ ਇਲਾਹੀ ਸ਼ਬਦ ਸਰਵਣ ਕਰਵਾਇਆ। केनो शब्द सो राग मझारे। ਸੋ ਸਾਧ ਸੰਗਤ ਜੀ ਆਸਾ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। आसा मोहल्ला पहला खुरासान खसमाना किया हिंदुस्तान डराया। ਸੱਚੇ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਤੇ ਖੁਰਾਸਾਨ ਦੇ ਉੱਤੇ ਇਹਨਾਂ ਨੇ ਹਕੂਮਤ ਕੀਤੀ ਤੇ ਹੁਣ ਆਣ ਕੇ ਹਿੰਦੁਸਤਾਨ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ, ਕੁੱਟਣਾ ਲੁੱਟਣਾ ਸ਼ੁਰੂ ਕਰ ਦਿੱਤਾ ਹੈ। आप दोष ना दे करता जमकर मुगल चढ़ाया। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਕਰਤਾ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਆ ਕੋਈ ਵਿਅਕਤੀ ਮਰਦਾ ਵੀ ਹੈ ਨਾ ਆਮ, ਤੇ ਉਹ ਵੀ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਹੈਗਾ। ਪਰਮੇਸ਼ਵਰ ਆਪਣੇ ਸਿਰ ਤੇ ਬਰਿਆਈ ਨਹੀਂ ਕਦੀ ਰੱਬ ਲੈਂਦਾ ਵੀ ਮੈਂ ਮਾਰਿਆ ਇਹਨੂੰ। ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ, ਕਿਸੇ ਨੂੰ ਬਿਮਾਰੀ ਲੱਗ ਜਾਂਦੀ ਹੈ, ਕਿਸੇ ਦਾ ਦਿਲ ਧੜਕਣਾ ਬੰਦ ਹੋ ਜਾਂਦਾ ਹੈ, ਕਿਸੇ ਦੇ ਦਿਮਾਗ ਦੀ ਨਾਲੀ ਫਟ ਜਾਂਦੀ ਹੈ, ਆਪਣੇ ਸਿਰ ਤੇ ਬਰਿਆਈ ਨਹੀਂ ਲੈਂਦਾ ਪਰਮੇਸ਼ਵਰ। ਉਹ ਮੌਤ ਕਿਸੇ ਬਹਾਨੇ ਦੇ ਨਾਲ ਕਰਵਾ ਦਿੰਦਾ ਹੈਗਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਹ ਮੌਤ ਰੂਪੀ ਮੁਗਲ ਨੂੰ ਚੜਾਇਆ ਹੈ ਪਰਮੇਸ਼ਵਰ ਨੇ, ਆਪਣੇ ਸਿਰ ਤੇ ਬਰਿਆਈ ਨਹੀਂ ਲਈ, ਹੋਰਨਾਂ ਦੇ ਸਿਰ ਤੇ ਬਰਿਆਈ ਦਿੱਤੀ ਹੋਈ ਹੈ। एते मार पए कर लाना तैं के दर्द ना आया। ਤੇ ਨਾਲ ਹੀ ਅਕਾਲ ਪੁਰਖ ਨੂੰ ਸੰਬੋਧਨ ਹੋਏ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੇ ਰੱਬਾ, ਆ ਨਿੱਕੇ ਨਿੱਕੇ ਬੱਚੇ ਫਟੜ ਹੋਏ ਹੋਏ ਹਾਏ ਹਾਏ ਚੀਕਾਂ ਮਾਰਦੇ ਭੱਜੇ ਫਿਰਦੇ ਆ, ਭੁੱਖ ਨਾਲ ਤੜਪਦੇ ਫਿਰਦੇ ਆ, ਮਾਵਾਂ ਇਹਨਾਂ ਦੀਆਂ ਕਿੱਥੇ ਮਰ ਗਈਆਂ ਗਈਆਂ, ਪਿਓ ਕਿੱਥੇ ਮਰ ਗਏ,
ਘਰੋਂ ਬੇਘਰ ਹੋਏ ਹੋਏ, ਜਨਾਨੀਆਂ ਦੀ ਹਾਲਤ ਮੰਦੀ ਹੋਈ ਹੋਈ ਹੈ, ਤੇ ਪਾਣੀ ਵੀ ਨਹੀਂ ਇਹਨਾਂ ਦੇ ਮੂੰਹ 'ਚ ਕੋਈ ਪਾਉਣ ਵਾਲਾ। ਇੰਨੀ ਕਰਲਾਹਟ ਮੱਚੀ ਹੋਈ ਰੱਬਾ, ਸਾਡਾ ਤੇ ਦਿਲ ਪਸੀਜਿਆ। ਤੈਨੂੰ ਕੀ ਦਰਦ ਨਹੀਂ ਆਉਂਦਾ ਇਹਨਾਂ ਲੋਕਾਂ ਦਾ ਜਿਹੜੇ ਦੁਖੀ ਹੋਏ ਹੋਏ ਹਨ? ਕਰਤਾ ਤੂੰ ਸਭਨਾ ਕਾ ਸੋਏ। ਫਿਰ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਨਿਰੰਕਾਰ, ਹੇ ਕਰਤੇ ਪੁਰਖ, ਜਿਹਦਾ ਕੋਈ ਨਹੀਂ ਹੁੰਦਾ ਉਹਦਾ ਤੂੰ ਹੁੰਨਾ ਹੈ। ਜੇ ਸਕਤਾ ਸਕਤੇ ਕਉ ਮਾਰੇ, ਤਾਂ ਮਨ ਰੋਸ ਨਾ ਹੋਏ। ਤੇ ਇਸ ਵਾਸਤੇ ਸਾਡੀ ਫਰਿਆਦ ਹੈ ਤੇਰੇ ਚਰਨਾਂ ਵਿੱਚ। ਜੇ ਤਾਕਤਵਰ ਨੂੰ ਮਾਰੇ ਤੇ ਉਹਦਾ ਕੋਈ ਗੁੱਸਾ ਨਹੀਂ ਹੁੰਦਾ। ਫੌਜਾਂ ਨਾਲ ਲੜਦੀਆਂ ਹੈ, ਤੇ ਫੌਜਾਂ ਪਰਜਾ ਨੂੰ ਮਾਰਨ ਤੇ ਉਹਦਾ ਹਰ ਕੋਈ ਬੁਰਾ ਮਨਾਉਂਦਾ ਹੈ। ਨਿਹੱਥਿਆਂ ਦੇ ਉੱਤੇ ਵਾਰ ਕਰਨਾ ਕਿੱਥੇ ਵੀ ਨਹੀਂ, ਤੇ ਸਾਧ ਸੰਗਤ ਜੀ ਕਿਸੇ ਸ਼ਾਸਤਰ ਵਿੱਚ ਨਹੀਂ ਲਿਖਿਆ, ਕਿਸੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ। ਮਹਾਰਾਜ ਕਹਿਣ ਲੱਗੇ, ਤਾਕਤਵਰ ਨੂੰ ਮਾਰੇ, ਫੌਜ ਨਾਲ ਲੜੇ, ਇੱਕ ਦੂਜੇ ਨੂੰ ਮਾਰਨ, ਉਹ ਤੇ ਗੱਲ ਬਣਦੀ ਹੈ। ਪਰ ਗਰੀਬਾਂ ਨੂੰ ਮਾਰਨਾ ਹਥਿਆਰ ਲੈ ਕੇ ਤਾਕਤਵਰ ਨੇ, ਇਹ ਗੱਲ ਭਲੀ ਨਹੀਂ ਹੈ। ਰਹਾਉ ਸਕਤਾ ਸੇਹੁ ਮਾਰੇ ਪੈ ਵਗੈ, ਖਸਮ ਸਾ ਪੁਰਸਾਏ। ਕਹਿਣ ਲੱਗੇ, ਇਹ ਸਗਤੇ ਤਾਕਤਵਰ ਸ਼ੇਰ ਬਣ ਕੇ ਗਰੀਬਾਂ ਨੂੰ ਮਾਰ ਰਹੇ ਹੈ। ਇਹ ਕੋਈ ਮਰਦਾਊਪੁਣਾ ਨਹੀਂ ਹੈ। ਜੇ ਕੋਈ ਕਹਿ ਦੇਵੇ ਭਈ ਸ਼ੇਰ ਜਿਹੜਾ ਬੱਕਰੀ ਨੂੰ ਪਾੜ ਰਿਹਾ, ਮਾਰ ਰਿਹਾ ਹੈਗਾ, ਉਹ ਹਾਲ ਹੈ ਇਹਨਾਂ ਲੋਕਾਂ ਦਾ। ਇਹਨਾਂ ਗਰੀਬ ਲੋਕ ਤਾਂ ਵਿਚਾਰੇ ਬੱਕਰੀਆਂ ਵਰਗੇ, ਭੇਡਾਂ ਵਰਗੇ। ਇਹ ਤਾਕਤਵਰ ਲੋਕ ਜਿਹੜੇ ਹੈ, ਇਹਨਾਂ ਨੂੰ ਲੈ ਕੇ ਆਪਣੇ ਹਥਿਆਰ ਤੇ ਮਾਰ ਰਹੇ ਹੈ। ਇਹਨਾਂ ਗਰੀਬਾਂ ਨੂੰ ਮਾਰਨ ਦੇ ਵਿੱਚ ਕੋਈ ਵਡਿਆਈ ਨਹੀਂ ਹੈ, ਕੋਈ ਮਰਦਾਊਪੁਣਾ ਨਹੀਂ ਹੈ। ਰਤਨ ਵਿਗਾੜ ਵਿਗੋਏ ਕੁੱਤੇ, ਮੋਇਆ ਸਾਰ ਨਾ ਕਾਏ। ਕਹਿਣ ਲੱਗੇ, ਮਰਿਆਂ ਦੀ ਸਾਰ ਕਾਹਦੀ ਹੈ? ਇਹ ਹੀਰੇ ਜਵਾਹਰਾਂ ਵਰਗੇ ਸਰੀਰ ਜਿਹੜੇ ਰੁਲਦੇ ਫਿਰਦੇ ਐ, ਕੁੱਤਿਆਂ ਦੀ ਮੌਤੇ ਮਰਦੇ ਫਿਰਦੇ ਹਨ ਗਲੀਆਂ ਬਾਜ਼ਾਰਾਂ ਦੇ ਵਿੱਚ ਪਏ ਹੋਏ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਇਹ ਤੇਰੀ ਵਡਿਆਈ ਹੈ। ਜੋੜਦਾ ਵੀ ਆਪ ਹੈ, ਤੋੜਦਾ ਵੀ ਆਪ ਹੀ ਹੈ। ਭਾਵ ਜੀਵਾਂ ਨੂੰ ਜਨਮ ਵੀ ਤੂੰ ਦਿੰਦਾ ਹੈ, ਸਵਾਸ ਵੀ ਉਹਨਾਂ ਦੇ ਵਿੱਚ ਤੂੰ ਹੀ ਜੋੜਦਾ ਹੈ, ਤੇ ਸਵਾਸਾਂ ਦੀ ਡੋਰ ਵੀ ਤੂੰ ਹੀ ਤੋੜਦਾ ਹੈ। ਸਭ ਵਡਿਆਈਆਂ ਤੇਰੀਆਂ ਨੇ ਜਨਮ ਦੇਣ ਦੀਆਂ, ਫਿਰ ਉਹਨਾਂ ਨੂੰ ਮਾਰਨ ਆਦਿਕ ਦਾ ਕਾਰਜ ਕਰਨ ਦਾ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ। ਤੇ ਜੇ ਕੋਈ ਆਪਣਾ ਨਾਂ ਰਖਾ ਲਵੇ ਵੀ ਮੈਂ ਬਹੁਤ ਵੱਡਾ ਹਾਂ, ਆਪਣੇ ਆਪ ਹੀ ਸਾਰੇ ਜਹਾਨ ਦਾ ਮਾਲਕ ਬਣਿਆ ਜਾਵੇ। ਜਿਵੇਂ ਬਹਾਦਰ ਸ਼ਾਹ ਨੇ ਆਪਣਾ ਨਾਮ ਬਹਾਦਰ ਸ਼ਾਹ ਰਖਾ ਲਿਆ, ਇਹ ਜੇ ਕੋਈ ਪਿੱਪਲ ਸਿੰਘ, ਕੋਈ ਬੋੜ ਸਿੰਘ ਨਾਮ ਰਖਾ ਲੈਂਦੇ, ਕੋਈ ਕਿੱਕਰ ਸਿੰਘ ਰਖਾ ਲੈਂਦੇ ਆ। ਤੇ ਨਾਮ ਰਖਾਉਣ ਦੇ ਨਾਲ ਤੇ ਕੋਈ ਵੱਡਾ ਨਹੀਂ ਹੋ ਜਾਂਦਾ। ਵੱਡੇ ਬਣ ਕੇ ਤੇ ਅਨੇਕਾਂ ਪ੍ਰਕਾਰ ਦੇ ਸਵਾਦ ਮੰਨਣੇ, ਕੱਪੜੇ ਮਨ ਭਾਉਂਦੇ ਪਾਉਣੇ, ਖਾਣਾ ਮਨ ਭਾਉਂਦੇ ਕਰਨਾ। ਖਸਮ ਨਦਰੀ ਕੀੜਾ ਆਵੈ, ਜੇ ਤੇ ਚੁਗੈ ਦਾਣੇ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਕਿਸੇ ਕੰਮ ਦੇ ਨਹੀਂ ਹਨ। ਕੀੜਾ ਜਿਹੜਾ ਹੈ ਉਹ ਰੱਬ ਦਾ ਨਾਮ ਲਵੇ, ਉਹ ਮਾਲਕ ਨੂੰ ਭਾ ਜਾਂਦਾ ਹੈ। ਉਹ ਦਾਣੇ ਚੁੱਕ ਕੇ ਖਾਂਦਾ ਹੈ, ਸਵਾਦ ਨਹੀਂ ਭਾਲਦਾ, ਪਰ ਪਰਮੇਸ਼ਵਰ ਨੂੰ ਉਹ ਭਾ ਜਾਂਦਾ ਹੈ। ਤੇ ਉਹ ਕੀੜਾ ਹੀ ਸਾਰਿਆਂ ਤੋਂ ਵੱਡਾ, ਉਹ ਕੀੜੇ ਦੀ ਵਡਿਆਈ ਸਾਰਿਆਂ ਤੋਂ ਵੱਡੀ ਉਹਨਾਂ ਸ਼ਾਹੂਕਾਰਾਂ ਨਾਲੋਂ ਜਿਹੜੇ ਨਾਮ ਨਹੀਂ ਜਪਦੇ ਹਨ, ਸਵਾਦਾਂ ਦੇ ਵਿੱਚ ਲੱਗੇ ਹੋਏ ਹੈ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਸੱਚੇ ਪਾਤਸ਼ਾਹ ਕਹਿੰਦੇ, ਮਰ ਮਰ ਜੀਵੇ, ਆਪਣੇ ਆਪ ਨੂੰ ਮਾਰ ਲਵੇ। ਕਿਉਂਕਿ ਮਰਿਆ ਹੋਇਆ ਮਨੁੱਖ ਜਿਹੜਾ ਹੈ, ਉਹਨੂੰ ਕੋਈ ਠੁੱਡੇ ਮਾਰੀ ਜਾਵੇ ਪੈਰਾਂ ਦੇ ਨਾਲ, ਕੋਈ ਗੰਦਗੀ ਉਹਦੇ ਉੱਤੇ ਸੁੱਟੀ ਜਾਵੇ, ਤੇ ਉਹਦਾ ਘਟਦਾ ਕੋਈ ਨਹੀਂ, ਕਿਉਂ ਉਹਨੇ ਕਿਹੜਾ ਦੇਖਣਾ। ਤੇ ਜੇ ਉਹਦੇ ਉੱਤੇ ਕੋਈ ਹਾਰ ਫੁੱਲ ਚੜਾਈ ਜਾਵੇ, ਕੋਈ ਅਤਰ ਫਲੇਲ ਲਾਈ ਜਾਵੇ, ਤੇ ਉਹਦੀ ਵਡਿਆਈ ਕੋਈ ਨਹੀਂ ਹੈ। ਮਰੇ ਪੈ ਨੂੰ ਕੋਈ ਗਾਲਾਂ ਦੇਈ ਜਾਵੇ ਤਾਂ ਵੀ ਕੋਈ ਨਹੀਂ, ਕੋਈ ਉਹਦੀ ਸੋਭਾ ਕਰੀ ਜਾਵੇ ਤਾਂ ਵੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ, ਜੀਵਨ ਇਹ ਜਿਹਾ ਜਿਉਣਾ ਚਾਹੀਦਾ, ਆਪਣੇ ਆਪ ਨੂੰ ਮਾਰ ਕੇ ਸਵਾਦਾਂ ਵਾਲੇ ਪਾਸਿਓਂ। ਇਸੇ ਪ੍ਰਕਾਰ ਮਾਰ ਕੇ ਵਡਿਆਈ ਤੋਂ, ਨਿੰਦਿਆ ਤੋਂ, ਨਹਿ ਉਸਤਤ ਨਹਿ ਨਿੰਦਿਆ ਜਾਂਕੇ, ਨਾ ਹੈ ਮਾਨ ਅਪਮਾਨਾ ਅਭਿਮਾਨਾ। ਅਪਮਾਨ ਕੀ ਹੈ, ਬੇਅਦਬੀ ਕੀ ਹੈ, ਤੇ ਮਾਣ ਕੀ ਹੈ, ਇਤਿਆਦਿਕ। ਇਹਨਾਂ ਸਾਰੇ ਪਾਸਿਓਂ ਮਰ ਕੇ ਜੀਵੇ, ਉਹਦਾ ਜੀਵਨ ਹੈ ਸੰਸਾਰ ਦੇ ਵਿੱਚ। ਚਾਉ ਪਏ ਇਸ ਬਿਦ ਗਾਵਤ, ਮਾਰਗ ਜਾਹੇ। ਐਂ ਸੱਚੇ ਪਾਤਸ਼ਾਹ ਮਹਾਰਾਜ ਇਹ ਸ਼ਬਦ ਪੜ੍ਹਦੇ ਜਾ ਰਹੇ ਹਨ। ਸਦਾ ਏਕ ਰਸ ਆਨੰਦ ਮਾਹੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਰਸ ਦੇ ਵਿੱਚ ਹੈ, ਇੱਕ ਰੰਗ ਦੇ ਵਿੱਚ ਰੰਗੇ ਹੋਏ। ਲੋਕ ਬੇਲੋਕਤ ਬਹੁ ਬਿਸਮਾਏ। ਉਹ ਦੁਨੀਆ ਵਾਲੇ ਵੇਖਦੇ ਆ,
ਘੋੜੇ ਪਿੱਛੇ ਤੁਰੇ ਜਾਂਦੇ ਆ। ਬਾਬੇ ਨੇ ਰਬਾਬ ਫੜੀ, ਇੱਕ ਬਾਬਾ ਗੀਤ ਗਾਉਂਦਾ ਜਾਂਦਾ। ਕਿਹੋ ਜਿਹੇ ਲੋਕ ਆ, ਇੱਧਰ ਲੋਕਾਂ ਨੂੰ ਆਪਣੀ ਜਾਨ ਦੀ ਪਈ ਹੋਈ ਹੈ, ਇਹ ਗੀਤ ਗਾਉਂਦੇ ਫਿਰਦੇ ਆ ਰਬਾਬ ਵਜਾ ਕੇ। ਦੇਖ ਕੇ ਹੈਰਾਨ ਹੋ ਰਹੇ ਨੇ ਸਾਰੇ ਲੋਕ। ਇਹੋ ਆਚਾਰਜ ਕਛ ਲਖਿਓ ਨਾ ਜਾਏ। ਕਹਿਣ ਲੱਗੇ ਤੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਐ। ਪਤਾ ਨਹੀਂ ਇਹ ਕਿਹੜੇ ਲੋਕ ਹਨ, ਇਹਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ। ਸਿਰ ਤੇ ਕਾਰ ਉੱਚੋ ਹੈ ਭਾਰਾ। ਸਾਰਿਆਂ ਤੋਂ ਵੱਡੀ ਗੱਲ ਵੀ ਇਹਨਾਂ ਦੇ ਸਿਰ ਤੇ ਜਿਹੜੀ ਪੰਡ ਰੱਖੀ ਹੋਈ ਹੈ ਬੋਝੇ ਦੀ ਭਾਰ ਦੀ, ਉਹ ਇੱਕ ਹੱਥ ਉੱਚੀ ਪੰਡ ਜਾ ਰਹੀ ਹੈ। ਬਹੁਰੋ ਚਲਿਓ ਜਾਹੇ ਸੰਗਾਰਾ। ਤੇ ਨਾਲ ਜਿਹੜੇ ਸਾਥੀ ਤੁਰੇ ਜਾ ਰਹੇ ਨੇ ਇਹਨਾਂ ਦੇ, ਦੂਸਰ ਕੇ ਹੈ ਤੁਰੰਗ ਪਿਛਾਰੇ। ਉਹਨਾਂ ਦੇ ਵਿੱਚੋਂ ਦੂਆ ਜਿਹੜਾ ਹੈ ਉਹਦੇ ਘੋੜੇ ਪਿੱਛੇ ਪਿੱਛੇ ਤੁਰੇ ਜਾ ਰਹੇ ਹੈ। ਚਲਿਓ ਜਾਤ ਬਿਨ ਗਹਿ ਮੁਹਾਰੇ। ਤੇ ਉਹ ਘੋੜੇ ਫੜੇ ਹੋਏ ਵੀ ਨਹੀਂ ਕਿਸੇ ਨੇ, ਉਹਨਾਂ ਦੀਆਂ ਡੋਰਾਂ ਕਿਸੇ ਨਹੀਂ ਪਕੜੀਆਂ ਹੋਈਆਂ, ਲਗਾਮਾਂ ਨਹੀਂ ਫੜੀਆਂ ਹੋਈਆਂ। ਉਸ ਤਰ੍ਹਾਂ ਹੀ ਲਗਾਮਾਂ ਉੱਤੇ ਸਿੱਟੀਆਂ ਹੋਈਆਂ ਤੇ ਘੋੜੇ ਪਿੱਛੇ ਚੁੱਪ ਕਰਕੇ ਤੁਰੇ ਜਾ ਰਹੇ ਹੈ। ਕੇਤਿਕ ਕਹੈ ਸੰਤ ਇਹੋ ਕੋਏ। ਕੋਈ ਕਹਿੰਦੇ ਐ ਵੀ ਐਵੇਂ ਨਹੀਂ ਇਹ ਹੋ ਸਕਦਾ, ਕੋਈ ਪੁੱਜੇ ਹੋਏ ਸੰਤ ਹੈ। ਕਿਧੋਂ ਖੁਦਾਏ ਆਪ ਹੀ ਹੋਏ। ਕਹਿਣ ਲੱਗੇ ਨਹੀਂ, ਸੰਤ ਵੀ ਇੱਥੋਂ ਤੱਕ ਨਹੀਂ ਪਹੁੰਚ ਸਕਦੇ ਜਿੱਥੋਂ ਤੱਕ ਇਹ ਪਹੁੰਚੇ ਆ। ਇਹ ਤਾਂ ਆਪ ਖੁਦਾਵੰਦ ਆਏ ਹੋਏ ਆ ਜੀਵਾਂ ਨੂੰ ਤਾਰਨ ਵਾਸਤੇ। ਅਤ ਸਮਰੱਥ ਅਜਮਤ ਮੈਂ ਭਾਰੇ। ਕਿਉਂਕਿ ਸਮਰੱਥ ਲੋਕ ਹਨ, ਕਰਾਮਾਤ ਦੇ ਵਿੱਚ ਭਰੇ ਹੋਏ। ਐਸੋ ਕਬ ਨਹਿ ਪਿਖਾ ਅਗਾਰੇ। ਅਸਾਂ ਦਾ ਵੀ ਅਜ ਤੱਕ ਨਾ ਕੋਈ ਸੁਣਿਆ ਤੇ ਨਾ ਕੋਈ ਇਹੋ ਜਿਹਾ ਵੇਖਿਆ ਜਿਹੋ ਜਿਹਾ ਕੌਤਕ ਦੇਖ ਰਹੇ ਆ। ਪਾਂਡੇ ਕਾ ਹੱਥ ਉੱਚੀ ਭਾਰ ਦੀ ਤੁਰੀ ਜਾ ਰਹੀ ਹੈ, ਘੋੜੇ ਪਿੱਛੇ ਆਰਾਮ ਨਾਲ ਤੁਰੇ ਆਉਂਦੇ ਆ। ਤੇ ਇੱਕ ਬਾਬਾ ਸ਼ਬਦ ਪੜ੍ਹਦਾ ਜਾਂਦਾ, ਗੀਤ ਗਾਉਂਦਾ ਜਾਂਦਾ ਹੈਗਾ, ਇੱਕ ਨਾਲ ਸਾਜ਼ ਵਜਾਉਂਦਾ ਜਾਂਦਾ। ਇਹਨਾਂ ਨੂੰ ਡਰ ਭੈ ਕੋਈ ਨਹੀਂ ਵਾਵਰਦਾ ਹੈ। ਹਾਥ ਬੰਦ ਕੈ ਬੰਧਨ ਕਰਹਿ। ਇਸ ਤਰ੍ਹਾਂ ਲੋਕ ਜਿਹੜੇ ਮਿਲਦੇ ਆ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਨ। ਚਰਨ ਕਮਲ ਮਹਿ ਸ਼ਰਧਾ ਧਰਹਿ। ਬਹੁਤ ਵੱਡੀ ਸਰਧਾ ਹੈ ਭਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ। ਜਦ ਸਾਧ ਸੰਗਤ ਜੀ ਇਹੋ ਜਿਹਾ ਮਾਹੌਲ ਬਣਿਆ ਹੋਵੇ ਨਾ ਡਰ ਵਾਲਾ, ਤੇ ਛੋਟੀ ਜੀ ਗੱਲ ਵੀ ਬਹੁਤ ਵੱਡੀ ਦਿਖਦੀ ਹੈ। ਉਸ ਵੇਲੇ ਬੰਦਾ ਭੈ ਵੀ ਬੜਾ ਮੰਨਦਾ। ਕੋਈ ਭੈ ਵਾਲਾ ਮਾਹੌਲ ਬਣਿਆ ਹੋਵੇ ਤੇ ਜੇ ਕੋਈ ਬਚਾਉਣ ਵਾਲਾ ਮਾਹੌਲ ਹੋਵੇ ਤੇ ਉਸ ਵੇਲੇ ਉਹ ਵੀ ਵੱਡਾ ਆਸਰਾ, ਛੋਟਾ ਜਿਹਾ ਵੀ ਬਹੁਤ ਵੱਡਾ ਆਸਰਾ ਦਿਸਦਾ ਹੈ। ਇਸ ਪ੍ਰਕਾਰ ਪਹੁੰਚਿਓ ਜਾ ਵਡੇਰੇ। ਇਸ ਤਰ੍ਹਾਂ ਜਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਡੇਰੇ ਪਹੁੰਚੇ, ਆਵਤ ਮੁਗਲ ਤਿਸੇ ਨ ਹੇਰੇ। ਉਹ ਜਿਹੜਾ ਮੁਗਲ ਬਾਬੇ ਮਰਦਾਨੇ ਸਾਹਿਬ ਜੀ ਨੂੰ ਘੋੜੇ ਫੜਾ ਕੇ ਗਿਆ ਸੀਗਾ, ਗੁਰੂ ਨਾਨਕ ਪਾਤਸ਼ਾਹ ਤੇ ਭਾਈ ਬਾਲੇ ਨੂੰ ਪੰਡਾਂ ਚਕਾਈਆਂ ਸੀ, ਸਾਹਮਣੇ ਹੀ ਮਿਲ ਪਿਆ। ਇਸ ਬੇਧ ਆਚਾਰਜ ਲਖਿਓ ਤਮਾਸ਼ਾ। ਤੇ ਉਸ ਨੇ ਹੈਰਾਨ ਕਰ ਦੇਣ ਵਾਲੇ ਇਹ ਕੌਤਕ ਦੇਖੇ। ਗਇਓ ਦੌਰ ਬਾਬਰ ਕੇ ਪਾਸਾ। ਗੁਰੂ ਸਾਹਿਬ ਵੱਲ ਨਹੀਂ ਆਇਆ, ਭੱਜਾ ਹੀ ਗਿਆ ਬਾਬਰ ਦੇ ਪਾਸ। ਨਿਕਟ ਬੈਠ ਕੈ ਗਿਰਾ ਉਚਾਰੇ। ਅਤੇ ਬਾਬਰ ਨੂੰ ਜਾ ਕੇ ਕਹਿਣ ਲੱਗਾ, ਇੱਕ ਦਰਵੇਸ਼ ਹੈ ਬੰਦ ਮਝਾਰੇ। ਕਹਿਣ ਲੱਗਾ ਮਹਾਰਾਜ, ਆ ਜਿਹੜੇ ਆਪਾਂ ਕੈਦ ਕੀਤੇ ਹੋਏ ਨੇ ਨਾ ਲੋਕ, ਇਹਨਾਂ ਵਿੱਚ ਇੱਕ ਫਕੀਰ ਕੈਦੀ ਹੋ ਕੇ ਆਇਆ ਹੈ। ਦੋਹਰਾ ਆਚਾਰਜ ਸਾਹਿਬ ਅਵਲੋਕਿਓ ਅਤ ਅਜਮਤ ਮਹਪੂਰ। ਮੈਂ ਦੇਖਿਆ ਜਿੰਨੇ ਵੀ ਉਹਦੇ ਕੌਤਕ ਹਨ ਸਾਰੇ ਹੈਰਾਨ ਕਰ ਦੇਣ ਵਾਲੇ। ਉਹ ਕਰਾਮਾਤ ਦੇ ਵਿੱਚ ਪਰਿਪੂਰਨ ਹੈ, ਸਮਰੱਥ ਹੈ। ਬੋਝ ਦਿਓ ਸਿਰ ਤਾਹੇ ਕੇ ਰਹਿਓ ਏਕ ਕਰ ਦੂਰ। ਤੇ ਕਹਿਣ ਲੱਗਾ, ਮੈਂ ਨਾ ਆਪਣਾ ਸਮਾਨ ਝੁਕਾਇਆ ਉਹਨੂੰ। ਇੱਕ ਹੱਥ ਪੰਡ ਉੱਚੀ ਉਹਦੇ ਸਿਰ ਤੇ ਰਹਿੰਦੀ, ਉਹਦੇ ਸਿਰ ਤੇ ਟਿਕਦੀ ਨਹੀਂ ਹੈ, ਭਾਰ ਦੀ ਪੰਡ। ਚਾਉ ਪਏ ਏਕ ਡੋਮ ਹੈ ਜਾਂ ਕੇ ਸੰਗਾ। ਔਰ ਇੱਕ ਮਰਾਸੀ ਹੈ ਨਾਲ ਉਹਨਾਂ ਦੇ। ਤੇ ਹੈ ਪਿਛੇ ਚਲ ਜਾਹੇ ਤੁਰੰਗਾ। ਉਹਦੇ ਹੱਥ ਵਿੱਚ ਘੋੜੇ ਫੜਾਏ ਸੀਗੇ ਤੇ ਉਹ ਵੀ ਘੋੜੇ ਨਹੀਂ ਉਹਨੇ ਫੜੇ ਹੋਏ, ਛੱਡੇ ਹੋਏ ਆ, ਪਿੱਛੇ ਪਿੱਛੇ ਤੁਰੇ ਆਉਂਦੇ, ਜਿਵੇਂ ਗਾਂ ਦੇ ਪਿੱਛੇ ਬੱਚਾ ਉਹਦਾ ਤੁਰਿਆ ਆਉਂਦਾ ਹੈ। ਕਰਤ ਬੰਦਗੇ ਤਹਾਂ ਖੁਦਾਏ। ਇਹ ਖੁਦਾ ਦੀ ਬੰਦਗੀ ਕਰ ਰਹੇ ਸੀ ਜਦ ਇਹਨਾਂ ਨੂੰ ਫੜ ਕੇ ਲਿਆਂਦਾ ਆਸਾਂ ਨੇ। ਆਪ ਬਿਲੋ ਕਹੋ ਚਲ ਤਹ ਥਾਏ। ਇਸ ਵਾਸਤੇ ਮੇਰੀ ਬੇਨਤੀ ਹੈ ਵੀ ਇਹ ਫਕੀਰ ਜਿਹੜੇ ਆ ਤੁਸੀਂ ਆਪ ਇਹਨਾਂ ਨੂੰ ਜਾ ਕੇ ਮਿਲੋ, ਦੇਖੋ। ਇਹੋ ਸੋਨ ਬਾਬਰ ਬਚਨ ਬਖਾਨਤ। ਇਹ ਬਾਬਰ ਨੇ ਗੱਲਾਂ ਸੁਣੀਆਂ ਉਸ ਮੁਗਲ ਦੀਆਂ ਤੇ ਕਹਿਣ ਲੱਗਾ, ਪੂਰਵ ਜੇ ਮੈਂ ਇਸ ਬੇਧ ਜਾਣਤ। ਕਹਿਣ ਲੱਗਾ ਕਿ ਜੇ ਮੈਨੂੰ ਪਤਾ ਹੁੰਦਾ ਨਾ
ਏਮਨਾਬਾਦ ਦੇ ਵਿੱਚ ਇਹ ਜਿਹਾ ਖੁਦਾ ਵੀ ਇੱਕ ਰਹਿੰਦਾ ਹੈ। ਇਸ ਪੁਰ ਕੋ ਨਹਿ ਮਾਰਤ ਤਾਏ। ਮੈਂ ਕਦੀ ਭੁੱਲ ਕੇ ਵੀ ਇਸ ਨਗਰ ਦੇ ਉੱਤੇ ਹਮਲਾ ਨਹੀਂ ਸੀ ਕਰਨਾ। ਅਣਜਾਣਪੁਣੇ ਵਿੱਚ ਮੇਰੇ ਪਾਸੋਂ ਇਹ ਕਰਮ ਹੋਇਆ ਹੈ। ਜੇ ਮੈਨੂੰ ਪਤਾ ਰੱਬ ਇਸ ਧਰਤੀ ਤੇ ਹੈ ਤੇ ਏਮਨਾਬਾਦ ਦੇ ਵਿੱਚ ਰੱਬ ਦਾ ਘਰ ਹੈ, ਰੱਬ ਰਹਿੰਦਾ ਹੈ, ਮੈਂ ਕਦੀ ਵੀ ਇੱਧਰ ਨੂੰ ਮੂੰਹ ਨਾ ਕਰਦਾ। ਜਿਸ ਮਹਿ ਆਸ ਦਰਵੇਸ਼ ਰਹਾਏ। ਕਿਉਂਕਿ ਇਹ ਜੇ ਨਗਰ ਵਿੱਚ ਇਹ ਜੇ ਦਰਵੇਸ਼ ਫਕੀਰ ਰਹਿਣ ਤੇ ਇਹ ਜ਼ੁਲਮ ਹੋਵੇ, ਕਹਿੰਦਾ ਮੇਰੇ ਪਾਸੋਂ ਵੱਡੀ ਭਾਰੀ ਗਲਤੀ ਹੋਈ, ਪਰ ਹੋਈ ਅਣਜਾਣਪੁਣੇ ਵਿੱਚ ਹੈ। ਆਵਨ ਕੋ ਤਿਆਰ ਭਾ ਸੋਏ। ਇਹ ਸਾਰੀਆਂ ਗੱਲਾਂ ਕਰਕੇ ਬਾਬਰ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ। ਗੁਰੂ ਕਥਾ ਸੁਣੀਏ ਜਾਂ ਹੋਏ। ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਥਾ ਸੁਣੀਏ ਕੀ ਗਰੀਬ ਨਵਾਜ਼ ਜੀ ਕੌਤਕ ਕਰ ਰਹੇ ਹੈ। ਦਲ ਮਹਿ ਬਹੁਤ ਬੰਦ ਨਰ ਨਾਰੇ। ਇਹ ਜਿੱਥੇ ਸਾਧ ਸੰਗਤ ਜੀ ਆਪਣਾ ਡੇਰਾ ਲਾਇਆ ਹੋਇਆ ਸੀ ਬਾਬਰ ਨੇ, ਬਹੁਤ ਲੋਕ ਕੈਦ ਕਰਕੇ ਉੱਥੇ ਲਿਆਂਦੇ ਹੋਏ। ਉਹਦੇ ਵਿੱਚ ਇਸਤਰੀਆਂ ਵੀ ਹੈ, ਬੱਚੇ ਵੀ ਹੈ, ਜਵਾਨ ਵੀ ਹੈ, ਬਜ਼ੁਰਗ ਵੀ ਹਨ। ਬਿਰਲਾ ਪਤ ਪ੍ਰਾਪਤ ਦੁਖ ਭਾਰੇ। ਬੜੇ ਦੁਖੀ ਹਨ ਤੇ ਦੁਖੀ ਹੋਏ ਹੋਏ ਚੀਕਾਂ ਮਾਰਦੇ ਆ, ਵਿਰਲਾਪ ਕਰਦੇ ਆ। ਕਈਆਂ ਦੇ ਸੁਹਾਗ ਭਾਗ ਉੱਜੜ ਗਏ, ਬੀਬੀਆਂ ਰੋਂਦੀਆਂ ਵਿਚਾਰੀਆਂ। ਨਾਲ ਇਹਨਾਂ ਵੱਲੋਂ ਜਿਹੜੇ ਦੁੱਖ ਦਿੱਤੇ ਜਾ ਰਹੇ ਆ ਉਹ ਵੀ ਬੜੇ ਭਾਰੀ ਦੁਖਦਾਈ ਹਨ। ਬੱਚੇ ਭੁੱਖੇ ਧਿਆਏ ਚੀਕਾਂ ਮਾਰਦੇ ਆ, ਬਜ਼ੁਰਗਾਂ ਦੀ ਹਾਹਾਕਾਰ ਮੱਚੀ ਹੋਈ ਹੈ। ਚਾਰ ਚਫੇਰੇ ਰੌਲਾ ਪਿਆ ਹੋਇਆ, ਹਾਏ ਹਾਏ ਦੀਆਂ ਆਵਾਜ਼ਾਂ ਆ ਰਹੀਆਂ। ਕੁੰਭੀ ਨਰਕ ਬਣੀ ਹੋਈ ਹੈ ਜੇਲ੍ਹ ਬਾਬਰ ਦੀ। ਸਰਬ ਜਾਤ ਦੇ ਜਣੇ ਹਿੰਦਵਾਣੇ। ਤੇ ਸਾਰੇ ਜਾਤਾਂ ਦੇ ਲੋਕ ਹਨ। ਉਹਦੇ ਵਿੱਚ ਹਿੰਦੂ ਲੋਕ ਵੀ ਹੈ, ਹਿੰਦਵਾਣੀਆਂ ਭਾਵ ਹਿੰਦੂਆਂ ਦੀਆਂ ਇਸਤਰੀਆਂ। ਹੈ ਤੁਰਕਣੇ ਆਦ ਪਠਾਣੇ। ਤੇ ਤੁਰਕਣੀਆਂ ਵੀ ਹੈ, ਕਿਉਂਕਿ ਸ਼ਹਿਰ ਸਾਰਾ ਪਠਾਣਾਂ ਦਾ ਸੀ। ਏਮਨਾਬਾਦ ਪਠਾਣ ਰਾਜ ਕਰਦੇ ਸੀਗੇ। ਉਹ ਤੇ ਲੜਦੇ ਮਾਰੇ ਗਏ ਤੇ ਪਠਾਣੀਆਂ ਗ੍ਰਿਫਤਾਰ ਕਰਕੇ ਲਿਆ ਕੇ ਕੈਦਖਾਨੇ ਬੰਦ ਕਰ ਦਿੱਤੀਆਂ। ਸਭ ਕੇ ਚਾਕੇ ਧਰੇ ਅਗਾਰੇ। ਸਾਰਿਆਂ ਦੇ ਅੱਗੇ ਚੱਕੀਆਂ ਰੱਖੀਆਂ ਹੋਈਆਂ ਆਟਾ ਪੀਸਣ ਨੂੰ ਬਾਬਰ ਦੀ ਫੌਜ ਵਾਸਤੇ। ਦਾਨਾ ਦਰੇ ਬਿਨਾ ਅਵਾਰੇ। ਤੇ ਨਾਲ ਭਾਈ ਟਾਈਮ ਨਹੀਂ ਲਾਉਣਾ, ਇਹ ਨਾ ਹੋਵੇ ਚੱਕੀ ਅੱਗੇ ਰੱਖ ਕੇ ਦਾਣੇ ਕੋਲ ਪਏ ਰਹਿਣ। ਤੋਲ ਕੇ ਉਹ ਦਾਣੇ ਦਿੰਦੇ, ਇੰਨੇ ਦਾਣੇ ਪੀਸਣੇ ਆ, ਤੁਸੀਂ ਆਟਾ ਬਣਾਉਣਾ ਇਹਨਾਂ ਦਾ ਫੌਜ ਵਾਸਤੇ। ਐਂ ਤਾੜਨਾ ਦੇ ਰਹੇ ਨੇ ਸਿਪਾਹੀ। ਸ਼੍ਰੀ ਨਾਨਕ ਜਬ ਡੇਰੇ ਆਏ। ਜਦ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਕੈਦਖਾਨੇ ਵਿੱਚ ਪਹੁੰਚੇ, ਸਿਰ ਪੁਰ ਤੇ ਬੋਝੇ ਉਤਰਾਏ। ਤੇ ਉਹ ਜਿਹੜਾ ਸਿਰ ਤੇ ਭਾਰ ਚੱਕਿਆ ਹੋਇਆ ਸੀ ਥੱਲੇ ਲਾ ਦਿੱਤਾ। ਬੈਠਾਰੇ ਨਿਜ ਬੰਦ ਮਜਾਰੇ। ਤੇ ਬੰਦੀ ਖਾਨੇ ਵਿੱਚ ਕੈਦਖਾਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਿਠਾ ਦਿੱਤਾ ਗਿਆ। ਦਵੈ ਚਾਕੇ ਤਬ ਆਨੇ ਭਾਰੇ। ਉਸੇ ਵੇਲੇ ਵੱਡੀਆਂ ਵੱਡੀਆਂ ਦੋ ਚੱਕੀਆਂ ਲੈ ਆਂਦੀਆਂ। ਆਗੇ ਮੇਰੇ ਅਰ ਮਰਦਾਨੇ। ਬਾਬਾ ਬਾਲਾ ਜੀ ਕਹਿੰਦੇ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੱਕ ਚੱਕੀ ਮੇਰੇ ਅੱਗੇ ਰੱਖ ਦਿੱਤੀ, ਇੱਕ ਭਾਈ ਮਰਦਾਨੇ ਦੇ ਅੱਗੇ ਰੱਖ ਦਿੱਤੀ। ਤਰੇ ਏਕ ਦਿਨ ਬਹੁ ਦਾਨੇ। ਤੇ ਨਾਲ ਦਾਣੇ ਦੇ ਦਿੱਤੇ ਵੀ ਆ ਦਾਣੇ ਪੀਸਣੇ ਆ, ਇੱਥੇ ਗੱਪਾਂ ਨਹੀਂ ਮਾਰਨੀਆਂ ਹਨ। ਇੱਕ ਸ਼੍ਰੀ ਗੁਰੂ ਅਗਾਰੇ ਧਰਕਾ। ਇਸੇ ਤਰ੍ਹਾਂ ਇੱਕ ਚੱਕੀ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਰੱਖ ਦਿੱਤੇ। ਕਹਿਓ ਦਰਹੁ ਦਾਨਾ ਦੁਰਤ ਕਰਕਾ। ਕਹਿਣ ਲੱਗੇ ਸੰਤ ਜੀ ਆ ਜਿਹੜਾ ਦਾਣਾ ਹੈ ਨਾ, ਇਹਦਾ ਆਟਾ ਪੀਸਣਾ ਹੈ ਦਾਣਿਆਂ ਦਾ। ਹਮ ਮਿਲ ਦਰਨ ਲਗੇ ਦੁਰਤ ਦਾਨਾ। ਬਾਬਾ ਬਾਲਾ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਭਾਈ ਮਰਦਾਨਾ ਜੀ ਅਸੀਂ ਤਾਂ ਚੱਕੀ ਫੜ ਲਈ ਹੱਥਿਆਂ ਤੋਂ ਤੇ ਲਾਪੇ ਘਕਾਉਣ ਮਹਾਰਾਜ ਆਟਾ ਪੀਸਣ ਲਾਪੇ। ਜਿਉ ਨਰ ਨਾਰ ਕਾਰਤ ਤੇਹ ਥਾਨਾ। ਜਿਵੇਂ ਬਾਕੀ ਦੇ ਲੋਕ ਕਰ ਰਹੇ ਸੀ ਕੈਦ ਵਿੱਚ ਪਏ ਹੋਏ, ਉਵੇਂ ਮਹਾਰਾਜ ਅਸੀਂ ਆਟਾ ਪੀਸਣ ਲੱਗੇ। ਸ਼ੇਰੇ ਗੁਰ ਚਾਕੇ ਹਾਥ ਨਾ ਲਾਵਹਿ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਚੱਕੀ ਨੂੰ ਹੱਥ ਵੀ ਨਹੀਂ ਲਾਉਂਦੇ ਹਨ। ਨਿਜ ਕਰ ਸੋ ਦਾਨਾ ਮਦ ਪਾਵਹਿ। ਕੇਵਲ ਮੁੱਠੀ ਭਰ ਕੇ ਦਾਣਿਆਂ ਦੀ ਉਹ ਚੱਕੀ ਦੇ ਪਾ ਦਿੰਦੇ ਆ ਮੂੰਹ ਦੇ ਵਿੱਚ। ਸ਼ੇਗਰ ਫਿਰੈ ਆਪ ਹੈ ਸੋਏ। ਤੇ ਉਹ ਚੱਕੀ ਆਪਣੇ ਆਪ ਹੀ ਚਲੀ ਜਾ ਰਹੀ ਹੈ। ਬੇਸਮ ਬਿਲੋ ਕਹਿ ਤਹ ਸਭ ਕੋਏ। ਜਿਹੜਾ ਵੀ ਦੇਖਦਾ ਹੈਰਾਨ ਹੁੰਦਾ ਵੀ ਇਹਨੇ ਭਾਰੇ ਪੁੜ ਹਨ ਚੱਕੀਆਂ ਦੇ, ਤੇ ਇਹਨਾਂ ਦੇ ਹੱਥਿਆਂ ਨੂੰ ਹੱਥ ਵੀ ਨਹੀਂ ਮਹਾਰਾਜ ਨੇ ਲਾਇਆ, ਤੇ ਆਪਣੇ ਆਪ ਹੀ ਚੱਕੀ ਦੇ ਪੁੜ ਚਲੀ ਜਾ ਰਹੇ ਹੈ। ਤੇ ਕੇਵਲ ਸਤਿਗੁਰੂ ਜੀ ਦਾਣੇ ਹੀ ਪਾਉਂਦੇ ਆ ਵਿੱਚ ਮੁੱਠ ਭਰ ਕੇ।
ਇਤਨੇ ਮਹਿ ਬਾਬਰ ਚਲ ਆਇਓ। ਇੰਨੀ ਦੇਰ ਨੂੰ ਬਾਬਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਣ ਪਹੁੰਚਿਆ। ਚਰਨ ਕਮਲ ਪਰ ਸੇਸ ਨਿਵਾਇਓ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਬਾਬਰ ਨੇ ਆਣ ਕੇ ਨਮਸਕਾਰ ਕੀਤੀ। ਦੋਹਰਾ ਸ਼੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਖਿਆ ਆਏ ਹੋਏ ਬਾਬਰ ਨੂੰ, ਤੇ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ। ਸਭ ਲੋਕਨ ਕੇ ਜਸ ਦਸ਼ਾ ਤਸ ਤਬ ਦਿਨ ਸੁਨਾਏ। ਉਹ ਲੋਕਾਂ ਦੀ ਜਿਹੜੀ ਹਾਲਤ ਹੋ ਰਹੀ ਸੀ ਨਾ, ਉਹ ਸਾਰੀ ਸਤਿਗੁਰਾਂ ਨੇ ਬਾਬਰ ਨੂੰ ਕਹਿ ਸੁਣਾਈ। ਹੁੰਦਾ ਕਈ ਵਾਰ ਕਿਵੇਂ ਹੈ ਭਈ ਉੱਪਰ ਤੱਕ ਬਹੁਤੀਆਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ, ਤੇ ਥੱਲੇ ਥੱਲੇ ਬਹੁਤ ਕੁਝ ਹੋ ਜਾਂਦਾ ਹੈ। ਬਾਬਰ ਨੂੰ ਕਈਆਂ ਗੱਲਾਂ ਦਾ ਹੋ ਸਕਦਾ ਪਤਾ ਨਾ ਹੋਵੇ, ਕੁਝ ਲੋਕ ਡਰਦੇ ਵੀ ਨਹੀਂ ਦੱਸਦੇ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਪਰਵਾਹ ਸਦਾ ਰੰਗ ਹਰ ਕੇ ਭੈ ਕਾਹੂ ਕੋ ਦੇਤ ਨੇ, ਨਹੀਂ ਡਰਦੇ ਕਿਸੇ ਨੂੰ, ਨਾ ਦਿੰਦੇ ਨਾ ਡਰ ਲੈਂਦੇ। ਹਰੀ ਦੇ ਰੰਗ ਦੇ ਵਿੱਚ ਬੇਪਰਵਾਹ ਹੋ ਕੇ ਵਿਚਰਦੇ ਸੱਚੇ ਪਾਤਸ਼ਾਹ ਮਹਾਰਾਜ ਬਾਬਰ ਨੂੰ ਸੱਚ ਬਚਨ ਕਹਿਣ ਲੱਗੇ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਹੈ ਸਾਧ ਸੰਗਤ ਜੀ, ਤੀਜੇ ਘਰ ਦੇ ਵਿੱਚ ਭਾਵ ਤਿੰਨ ਤਾਲ ਦੇ ਵਿੱਚ ਗਾਉਣ ਦੀ ਮਰਜ਼ਾਦਾ ਦੱਸ ਕੇ ਸੱਚੇ ਪਾਤਸ਼ਾਹ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਤ ਚੇਤਨ ਆਨੰਦ ਤੇ ਉਹਦੀ ਕਿਰਪਾ ਬਖਸ਼ਿਸ਼ ਦੁਆਰਾ ਇਹ ਸ਼ਬਦ ਜਿਹੜਾ ਹੈ ਬਾਬਰ ਨੂੰ ਸੰਬੋਧਨ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੁਣਾਉਣ ਲੱਗੇ। ਜਨ ਸਿਰ ਸੋਹਨ ਪੱਟੀਆਂ ਮੰਗੇ ਪਾਏ ਸੰਦੋਰ। ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਬੀਬੀਆਂ ਜਿਨ ਸਿਰ ਸੋਹਨ ਪੱਟੀਆਂ, ਪੱਟੀਆਂ ਗੁੰਦੀਆਂ ਹੋਈਆਂ ਸਿਰਾਂ ਦੀਆਂ, ਮਾਂਗਾਂ ਦੇ ਵਿੱਚ ਚੀਰ ਕੱਢ ਕੇ ਉਹਨਾਂ ਦੇ ਪਤੀਆਂ ਵੱਲੋਂ ਸੰਧੂਰ ਪਾਏ ਰਹਿੰਦੇ ਸਨ। ਸੇ ਸਿਰ ਕਾਤੇ ਮੁੰਨਿਆਨ ਗਲ ਵਿੱਚ ਆਵੇ ਤੋੜ। ਤੇ ਉਹਨਾਂ ਦੀਆਂ ਉਹ ਪੱਟੀਆਂ ਅਤਰ ਫਲੇਲ ਲੱਗਾ ਹੋਇਆ ਵਾਲਾਂ ਨੂੰ ਤੇਰੇ ਸਿਪਾਹੀਆਂ ਨੇ ਕੈਂਚੀ ਨਾਲ ਫੜ ਕੇ ਵਾਲ ਮੁੰਨ ਕੇ ਐ ਰੋਡੀਆਂ ਭੋਡੀਆਂ ਕਰ ਦਿੱਤੀਆਂ। ਤੇ ਖੁੱਲੀਆਂ ਹਵਾਵਾਂ ਦੇ ਵਿੱਚ ਰਹਿਣ ਵਾਲੀਆਂ, ਮਹਿਲ ਮਾੜੀਆਂ ਅਟਾਰੀਆਂ ਦੇ ਵਿੱਚ ਵਾਸ ਰੱਖਣ ਵਾਲੀਆਂ, ਗਲੀਆਂ ਬਾਜ਼ਾਰਾਂ ਦੇ ਵਿੱਚ ਖਿੱਚੀਆਂ ਧੂਈ ਦੀਆਂ ਦੇ ਗਲ ਦੇ ਵਿੱਚ ਮਿੱਟੀ ਭਰੀ ਪਈ ਆ ਸਾਰੀਆਂ ਦੇ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਨ ਹਦੂਰ। ਕਹਿਣ ਲੱਗੇ ਤੇ ਮਹਿਲਾਂ ਦੇ ਵਿੱਚ ਹੀ ਰਹਿੰਦੀਆਂ ਸੀਗੀਆਂ, ਥੱਲੇ ਉਤਰਦੀਆਂ ਨਹੀਂ, ਆਪਣੀ ਮੌਜ ਨਾਲ ਕਿਤੇ ਸੈਰ ਕਰਨ ਘੁੰਮਣ ਜਾਣਾ, ਤੇ ਹੁਣ ਕਿਸੇ ਦੇ ਕੋਲ ਇਹਨਾਂ ਨੂੰ ਬਹਿਣਾ ਹੀ ਨਹੀਂ ਮਿਲਦਾ। ਆ ਚੱਕੀਆਂ ਲਿਆ ਕੇ ਅੱਗੇ ਰੱਖ ਦਿੱਤੀਆਂ ਇਹਨਾਂ ਦੇ ਪੀਸਣ ਵਾਸਤੇ। ਆਦੇਸ਼ ਬਾਬਾ ਆਦੇਸ਼। ਇਹ ਅਕਾਲ ਪੁਰਖ ਵਾਹਿਗੁਰੂ ਅਸੀਂ ਤਾਂ ਤੈਨੂੰ ਨਮਸਕਾਰ ਕਰਦੇ ਹਾਂ, ਤੇਰੇ ਭਾਣੇ ਨੂੰ ਨਮਸਕਾਰ ਕਰਦੇ ਹਾਂ, ਤੇਰੇ ਕੌਤਕਾਂ ਨੂੰ ਮੱਥਾ ਟੇਕਦੇ ਹਾਂ ਬਾਰ-ਬਾਰ। ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ। ਜਿੰਨੇ ਮਰਜੀ ਕੋ ਵੇਸ ਭੇਖ ਕਰ ਲਵੇ, ਹੇ ਮੇਰੇ ਆਦ ਪੁਰਖ, ਆਦ ਮੁੱਢ ਤੋਂ ਲੈ ਕੇ ਹੇ ਸ਼ਕਤੀਮਾਨ ਮੇਰੇ ਮਾਲਕ ਜੀ, ਤੇਰਾ ਕੋਈ ਭੇਦ ਨਹੀਂ ਜਾਣ ਸਕਦਾ। ਅਸੀਂ ਤਾਂ ਕੇਵਲ ਤੁਹਾਨੂੰ ਮੱਥਾ ਹੀ ਟੇਕ ਸਕਦੇ ਹਾਂ, ਸਿਰ ਹੀ ਨਿਵਾ ਸਕਦੇ ਹਾਂ ਅੱਗੇ। ਰਹਾਉ ਜਦੋਂ ਸੀਆਂ ਵਿਹਾਈਆਂ ਲਾੜੇ ਸੋਹਨ ਪਾਸ। ਇਹ ਜਦੋਂ ਦੀਆਂ ਵਿਆਹੀਆਂ ਸੀ ਨਾ, ਇਹਨਾਂ ਦੇ ਪਤੀ, ਇਹਨਾਂ ਦੇ ਲਾੜੇ ਕਦੀ ਇਹਨਾਂ ਨੂੰ ਕੱਲੀਆਂ ਛੱਡ ਕੇ ਨਹੀਂ ਸੀ ਗਏ, ਹਮੇਸ਼ਾ ਵਾਸਤੇ ਇਹਨਾਂ ਦੇ ਕੋਲ ਰਹਿੰਦੇ ਸਨ। ਹਿੰਡੋਲੇ ਚੜ ਆਈਆਂ ਦੰਦ ਖੰਡ ਕੀਤੇ ਰਾਸ। ਤੇ ਹੰਡੋਲਾਂ ਦੇ ਵਿੱਚ ਪਾਲਕੀਆਂ ਦੇ ਵਿੱਚ ਬਹਿ ਕੇ ਇਹ ਆਪਣੇ ਮਾਪਿਆਂ ਦੇ ਘਰੋਂ ਸਹੁਰਿਆਂ ਦੇ ਘਰ ਆਈਆਂ। ਜਦ ਸਹੁਰੀ ਘਰੀ ਆਈਆਂ, ਦੰਦ ਖੰਡ ਕੀਤੇ ਰਾਸ, ਇਹਨਾਂ ਦੀਆਂ ਸੱਸਾਂ ਨੇ ਪਾਣੀ ਬਾਰ ਕੇ ਪੀਤਾ। ਫਿਰ ਮਿੱਠਾ ਜਿਹੜਾ ਸੀ ਖੰਡ ਦੇ ਨਾਲ, ਘਿਓ ਸ਼ੱਕਰ ਦੇ ਨਾਲ ਇਹਨਾਂ ਨੂੰ ਬੁਰਕੀਆਂ ਦਿੱਤੀਆਂ, ਮੂੰਹ ਜਠਾਏ। ਉਪਰ ਪਾਣੀ ਵਾਰੀਐ ਚਲੇ ਚਿਮਕਨ ਪਾਸ। ਇਹਨਾਂ ਤੋਂ ਪਾਣੀ ਵਾਰ-ਵਾਰ ਇਹਨਾਂ ਦੀਆਂ ਸੱਸਾਂ ਨੇ ਪੀਤਾ, ਤੇ ਪੱਖੇ ਝੱਲੇ ਵੀ ਗਰਮੀ ਨਾ ਸਾਡੀ ਬਹੂ ਨੂੰ ਲੱਗੇ। ਤੇ ਉਹ ਝੱਲੇ ਜਿਹੜੇ ਪੱਖੇ ਸੀ ਨਾ, ਝਮਕਦੇ ਸ਼ੀਸ਼ੇ ਲੱਗੇ ਹੋਏ ਵਿੱਚ, ਜਦੋਂ ਪੱਖੀ ਗਿਰਦੀ ਤੇ ਉਹਦੇ ਨਾਲ ਸ਼ੀਸ਼ਿਆਂ ਦੀਆਂ ਚਮਕਾਂ ਪੈਂਦੀਆਂ, ਝਿਲਮਿਲ ਝਿਲਮਿਲ ਕਰਦੇ ਪੱਖੇ ਜਿਹੜੇ ਇਹਨਾਂ ਨੂੰ ਝੱਲੇ ਜਾਂਦੇ ਸਨ। 1 ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ। ਇਸੇ ਤਰ੍ਹਾਂ ਰਿਵਾਜ ਮੁਤਾਬਕ ਉਸ ਵੇਲੇ ਝੋਲੀ ਦੇ ਵਿੱਚ ਪੈਸੇ ਪਾਏ ਜਾਂਦੇ,
ਜਦ ਪਾਣੀ ਵਾਰ ਕੇ ਸੱਸ ਪੀਂਦੀ ਤੇ ਫਿਰ ਝੋਲੀ ਦੇ ਵਿੱਚ ਮਾਇਆ ਪਾਉਂਦੀ। ਮਹਾਰਾਜ ਕਹਿਣ ਲੱਗੇ 1 ਲੱਖ ਤੇ ਉਦੋਂ 1 ਲੱਖ ਇਹਨਾਂ ਦੀ ਝੋਲੀ ਵਿੱਚ ਪਾਇਆ। ਫਿਰ ਜਦੋਂ ਜਾ ਕੇ ਪੀੜੇ ਤੇ ਬਿਠਾਇਆ ਘਰੇ ਲਿਜਾ ਕੇ ਲੱਖ ਰੁਪਈਆ ਫਿਰ ਇਹਨਾਂ ਦੀਆਂ ਝੋਲੀਆਂ ਵਿੱਚ ਪਿਆ ਸੀ। ਉਸ ਸਮੇਂ ਗਰੇ ਛੁਹਾਰੇ ਖਾਂਦੀਆਂ ਮਾਣਨ ਸੇ ਜੜੀਆਂ। ਤੇ ਇਹ ਗਿਰੀਆਂ ਤੇ ਛੁਹਾਰੇ ਖਾਂਦੀਆਂ ਆਪਣੇ ਪਤੀਆਂ ਦੇ ਸਾਥ ਦੇ ਨਾਲ ਰਹਿ ਕੇ ਬਹੁਤ ਆਨੰਦ ਮਾਣਦੀਆਂ ਸਨ। 3 ਗਲ ਸਿਲਕਾਂ ਪਾਈਆਂ ਟੁੱਟਨ ਮੋਤ ਸਰੀਆਂ। ਉਹ ਗਲਾਂ ਵਿੱਚ ਮੋਤੀਆਂ ਦੇ ਹਾਰ ਲਟਕਦੇ ਟੁੱਟ ਗਏ ਤੇ ਜਿੱਥੇ ਮੋਤੀਆਂ ਦੇ ਹਾਰ ਗਲਾਂ ਵਿੱਚ ਸੀ ਉੱਥੇ ਇਹਨਾਂ ਦੇ ਸਿਲਕਾਂ ਪੈ ਗਈਆਂ। ਗਲ ਦੇ ਵਿੱਚ ਫਾਹੇ ਪੈ ਗਏ, ਸੰਗਲ ਪੈ ਗਏ। ਇਹਨਾਂ ਦੇ ਗਲਾਂ ਵਿੱਚ ਰੱਸੇ ਪਾ ਕੇ ਨੂੜ ਕੇ ਬੰਨ੍ਹ ਕੇ ਸਿੱਟ ਦਿੱਤੀਆਂ ਹਨ। ਤਹਾਨ ਜੋ ਬਨ ਦੋਏ ਵੈਰੀ ਹੋਏ ਜਿਨੇ ਰਖੇ ਰੰਗ ਲਾਏ। ਉਹ ਧਨ ਤੇ ਜੋਬਨ ਵੱਡਾ ਮਾਣ ਕਰਨ ਵਾਲੀਆਂ ਗੱਲਾਂ ਹੁੰਦੀਆਂ ਬੀਬੀਆਂ ਦੀਆਂ। ਜਿਹਦੇ ਕੋਲ ਮਾਇਆ ਚੰਗੀ ਹੋਵੇ, ਸ਼ਕਲ ਸੂਰਤ ਚੰਗੀ ਹੋਵੇ, ਉਹ ਕਿਸੇ ਨੂੰ ਮਿੱਥਦੀ ਨਹੀਂ। ਮਹਾਰਾਜ ਕਹਿਣ ਲੱਗੇ ਦੋਵੇਂ ਇਹਨਾਂ ਦੇ ਵੈਰੀ ਬਣ ਗਏ। ਮਾਇਆ ਵੀ ਇਹਨਾਂ ਦੀ ਵੈਰਨ ਬਣ ਗਈ ਤੇ ਨਾਲ ਸਰੀਰ ਸੁੰਦਰ ਜਿਹੜਾ ਉਹ ਵੀ ਇਹਨਾਂ ਦਾ ਵੈਰੀ ਬਣ ਗਿਆ। ਦੂਤਾ ਨੋ ਫਰਮਾਇਆ ਲੈ ਚੱਲੇ ਪਤ ਗਵਾਏ। ਤੇ ਇਸ ਤਰ੍ਹਾਂ ਦੂਤਾਂ ਨੂੰ ਹੁਕਮ ਹੋਇਆ ਵੀ ਜਿੰਨੀਆਂ ਵੀ ਮਾਇਆ ਧਾਰੀਆਂ ਦੀਆਂ ਇਸਤਰੀਆਂ ਬੰਨ੍ਹ ਕੇ ਲੈ ਚੱਲੋ ਡੇਰੇ ਵਿੱਚ। ਕੁੱਟਮਾਰ ਕਰਦੇ ਹੋਏ, ਬੇਪਤੀ ਕਰਦੇ ਹੋਏ, ਧਨ ਦੌਲਤ ਪੁੱਛਦੇ ਹੋਏ, ਐਂ ਬੰਨ੍ਹ ਕੇ ਬੇਪਤੀ ਦੇ ਨਾਲ ਕੁੱਟਦੇ ਮਾਰਦੇ, ਵਾਲਾਂ ਤੋਂ ਖਿੱਚਦੇ ਹੋਏ, ਕੈਂਚੀਆਂ ਨਾਲ ਪਟੇ ਮੁੰਨ ਕੇ, ਗਲਾਂ ਵਿੱਚ ਰੱਸੀਆਂ ਪਾ ਪਾ ਕੇ, ਹੱਥਾਂ ਨੂੰ ਬੰਨ੍ਹ ਕੇ ਚੰਗੀ ਤਰ੍ਹਾਂ ਨੂੜ ਕੇ ਲੈ ਗਏ ਆਪਣੇ ਡੇਰੇ ਵਿੱਚ। ਪਤ ਗਵਾਉਂਦੇ ਹੋਏ, ਇਹਨਾਂ ਦੀ ਬੇਇੱਜ਼ਤੀ ਕਰਦੇ ਹੋਏ। ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ। ਸੱਚੇ ਪਾਤਸ਼ਾਹ ਕਹਿੰਦੇ ਵੀ ਕਿਸੇ ਦੀ ਵੱਸ ਦੀ ਗੱਲ ਨਹੀਂ ਹੈ। ਹੇ ਮੇਰੇ ਕਰਤੇ, ਜੇ ਤੈਨੂੰ ਭਾਉਂਦਾ ਹੈ ਉਹਦੀ ਵਡਿਆਈ ਕਰਵਾ ਦਿੰਦਾ, ਉਹਦੀ ਸੋਭਾ ਕਰਵਾ ਦਿੰਦਾ। ਜਦੋਂ ਤੈਨੂੰ ਭਾਉਂਦਾ ਸੀ ਉਦੋਂ ਇਹਨਾਂ ਦੀ ਸੋਭਾ ਹੁੰਦੀ ਸੀ ਵੀ ਸਾਡੀ ਬਹੂ ਸਾਰਿਆਂ ਤੋਂ ਸੋਹਣੀ ਆਈ, ਬਹੁਤ ਧਨ ਲੈ ਕੇ ਆਈ, ਬਹੁਤ ਹੀਰੇ ਜਵਾਹਰਾਤ ਦੇ ਗਹਿਣੇ ਹਨ, ਮਾਇਆ ਆਦਿਕ। ਤੇ ਹੁਣ ਨਹੀਂ ਭਾਉਂਦੀਆਂ ਤੇ ਹੁਣ ਇਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ। ਔਰਤਾਂ ਤੇ ਉਹੀ ਸੀ, ਇਸਤਰੀਆਂ ਤੇ ਉਹੀ ਸੀ। ਉਦੋਂ ਪਤ ਸੀ, ਸਾਹ ਦੇ ਨਾਲ ਸਾਹ ਲੈਂਦੇ ਸੀ ਸਾਰੇ ਪਰਿਵਾਰ ਵਾਲੇ। ਉਹ ਪਰਿਵਾਰ ਵਿਛੜ ਗਿਆ, ਕੋਈ ਮਰ ਗਿਆ, ਕੋਈ ਕਿੱਥੇ ਰੁਲਦਾ ਫਿਰਦਾ ਹੈਗਾ। ਤੇ ਇਹਨਾਂ ਦੀ ਬੇਪਤੀ ਇਹ ਸਭ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਹੋ ਰਿਹਾ ਹੈ। ਅਗੋਂ ਦੇ ਜੇ ਛੇਤੀ ਹੈ ਤਾਂ ਕਾਇਤ ਮਿਲੈ ਸਜਾਏ। ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕਿਤੇ ਪਹਿਲਾਂ ਹੀ ਪਰਮੇਸ਼ਰ ਨੂੰ ਇਸ ਤਰ੍ਹਾਂ ਹੀ ਯਾਦ ਕਰੀਏ ਜਿਵੇਂ ਹੁਣ ਦੁੱਖ ਦੇ ਵਿੱਚ ਕਰਦੇ ਆਂ, ਆਹ ਸਜ਼ਾਵਾਂ ਮਿਲਣੀ ਕਾਹਨੂੰ? ਇਹ ਸਜ਼ਾਵਾਂ ਮਿਲਦੀਆਂ ਹੀ ਉਦੋਂ ਆ ਜਦੋਂ ਪਰਮੇਸ਼ਵਰ ਦੀਆਂ ਸਾਰੀਆਂ ਇਹ ਪ੍ਰਾਪਤੀਆਂ ਲੈ ਕੇ ਤੇ ਮਨੁੱਖ ਦੇਵਣ ਵਾਲੇ ਨੂੰ ਭੁੱਲ ਜਾਂਦਾ। ਦਾਤ ਪਿਆਰੀ ਹੋ ਜਾਂਦੀ, ਦਤਾਰ ਵਿਸਰ ਜਾਂਦਾ ਜਿਹਨੇ ਚੀਜ਼ਾਂ ਦਿੱਤੀਆਂ। ਜੇ ਉਹਨੂੰ ਯਾਦ ਰੱਖੀਏ ਤੇ ਇਹ ਸਜ਼ਾਵਾਂ ਮਿਲਦੀਆਂ ਹੀ ਨਹੀਂ, ਇਹ ਦੁੱਖ ਭੋਗਣੇ ਹੀ ਨਹੀਂ ਪੈਂਦੇ ਹਨ। ਸਾਹਾ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ। ਉਹ ਰੰਗ ਦੇ ਤਮਾਸ਼ੇ ਚਾਓ ਚੜਿਆ ਰਹਿੰਦਾ ਸੀਗਾ ਮਹਿਲਾਂ ਦੇ ਵਿੱਚ। ਕਦੀ ਕੋਈ ਰੰਗ ਤਮਾਸ਼ੇ ਹੋਣੇ, ਕਦੀ ਕੁਛ ਹੋਣਾ। ਤੇ ਸ਼ਾਹਾਂ ਦੇ ਘਰਾਂ ਦੇ ਵਿੱਚ ਇਹ ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਬਾਬਰ ਵਾਣੇ ਫਿਰ ਗਏ ਕੋਇਰ ਨਾ ਰੋਟੀ ਖਾਏ। ਤੇ ਹੁਣ ਕੀ ਹੋਇਆ? ਜਿੱਥੇ ਪਕਵਾਨਾਂ ਦਾ ਹੀ ਕੋਈ ਅੰਤ ਨਹੀਂ ਸੀ ਆਉਂਦਾ, ਮਹਿਲਾਂ ਵਿੱਚ ਰੋਜ਼ ਹੀ ਪਕਵਾਨ ਪਕਣੇ, ਰੰਗ ਤਮਾਸ਼ੇ ਹੁੰਦੇ ਰਹਿਣੇ, ਉਹ ਸਾਰਾ ਹੀ ਭੁੱਲ ਗਿਆ। ਤੇ ਹੁਣ ਜਿੱਥੇ ਕਿਤੇ ਬਾਬਰ ਆ ਗਿਆ, ਹਾਏ ਬਾਬਰ ਆ ਗਿਆ, ਬਾਬਰ ਮਾਰ ਗਿਆ, ਹਰ ਪਾਸੇ ਬਾਬਰ ਹੀ ਬਾਬਰ ਦੀ ਬਾਣੀ ਵਰਤ ਰਹੀ ਹੈ। ਉਹ ਰੰਗ ਤਮਾਸ਼ੇ ਸਾਰੇ ਭੁੱਲ ਗਏ ਹਨ। ਇੱਕ ਨਾ ਵਖਤ ਖੁਆਈਆ ਹੈ, ਇੱਕ ਨਾ ਪੂਜਾ ਜਾਏ। ਇਹ ਉੱਪਰਲੀ ਪੰਕਤੀ ਫੇਰ ਪੜਿਓ। ਬਾਬਰ ਵਾਣੇ ਫਿਰ ਗਏ ਕੋਇਰ ਨਾ ਰੋਟੀ ਖਾਏ। ਹੁਣ ਤੇ ਹਰ ਪਾਸੇ ਬਾਬਰ ਹੀ ਬਾਬਰ ਹੋ ਰਹੀ ਹੈ। ਉਹ ਰੋਟੀ ਵੀ ਨਹੀਂ ਲੰਘੋ ਲੰਘ ਸੰਘੋ ਲੰਘਦੀ। ਰੋਟੀ ਦਿੰਦਾ ਹੀ ਕੌਣ ਹੈ? ਰੋਟੀ ਦੇਣ ਵਾਲਾ ਬੈਠਾ ਹੀ ਕੌਣ ਹੈ? ਰੋਟੀਆਂ ਵਾਲੇ ਮਰ ਗਏ, ਦੇਣ ਵਾਲੇ ਤੇ ਕੈਦਖਾਨੇ ਵਿੱਚ ਪਈਆਂ ਹੋਈਆਂ ਬੁਰਕੀ ਬੁਰਕੀ ਨੂੰ ਤਰਸਦੀਆਂ ਰੁੱਖੀਆਂ ਰੋਟੀਆਂ ਨੂੰ ਕਿ ਸਾਨੂੰ ਰੁੱਖੀ ਬਹੀ ਮਿਲ ਜਾਵੇ, 2-4 ਦਿਨ ਦੀ ਢਿੱਡ ਭਰ ਜਾਵੇ, ਉਹ ਵੀ ਨਹੀਂ ਮਿਲ ਰਹੀ। ਇਹੀ ਜੀ ਬਾਬਰ ਦੀ ਦੁਹਾਈ ਫਿਰ ਰਹੀ ਹੈ। ਇੱਕ ਨਾ ਵਖਤ ਖੁਆਈਆ ਹੈ, ਇੱਕ ਨਾ ਪੂਜਾ ਜਾਏ। ਇਹਨਾਂ ਦਾ ਟਾਈਮ ਹੁੰਦਾ ਸੀ ਵੀ 5 ਵਾਰ ਦਿਨ ਵਿੱਚ ਨਮਾਜ਼ ਕਰਨੀ ਹੈ, ਫਜਰ ਦੀ, ਜੌਹਰ ਦੀ, ਅਸਰ ਦੀ, ਮਗਰਬ ਦੀ ਤੇ ਇਸ਼ਾ ਦੀ। ਉਹਨਾਂ ਨੂੰ ਨਮਾਜ਼ ਪੜ੍ਹਨ ਦਾ ਹੁਣ ਟਾਈਮ ਨਹੀਂ ਮਿਲਦਾ। ਤੇ ਇੱਕ ਨਾ ਪੂਜਾ ਜਾਏ, ਇੱਕ 3 ਵੇਲੇ ਪੂਜਾ ਕਰਿਆ ਕਰਦੇ ਸੀਗੇ ਤੇ ਉਹਨਾਂ ਨੂੰ ਹੁਣ ਪੂਜਾ ਕਰਨ ਦਾ ਟਾਈਮ ਨਹੀਂ ਮਿਲਦਾ। ਭਾਵ ਨਾ ਹਿੰਦੂਆਂ ਨੂੰ ਨਾ ਮੁਸਲਮਾਨਾਂ ਨੂੰ
ਨਾ ਨਮਾਜ਼ ਪੜ੍ਹਨੀ ਆਉਂਦੀ ਹੈ, ਟਾਈਮ ਮਿਲਦਾ ਹੈ, ਨਾ ਹਿੰਦੂਆਂ ਨੂੰ ਮੰਦਰ ਜਾਣ ਦਾ ਜਾਂ ਗਾਇਤਰੀ ਦਾ ਪਾਠ ਆਦਿ ਕਰਨ ਦਾ ਸਮਾਂ ਮਿਲਦਾ ਹੈ। ਸਾਰੇ ਭੱਜੇ ਫਿਰਦੇ ਦੁਹਾਈਆਂ ਦਿੰਦੇ ਬਾਬਰ ਦੇ ਨਾਂ ਦੀਆਂ। ਚੌਕੇ ਵੇਣ ਹਿੰਦਵਾਣੀਆਂ ਕਿਉਂ ਟਿੱਕੇ ਕੱਢੈ ਨਹਾਏ। ਹਿੰਦਵਾਣੀਆਂ ਜਿਹੜੀਆਂ ਹੈ ਨਹਾ ਕੇ ਤੇ ਫਿਰ ਚੌਂਕੇ ਚੜ੍ਹਦੀਆਂ, ਤੇ ਹੁਣ ਉਹਨਾਂ ਨੂੰ ਨਾ ਤਾਂ ਟਿੱਕੇ ਮੱਥੇ ਵਿੱਚ ਲਾਉਣ ਦਾ ਟਾਈਮ ਮਿਲਦਾ, ਨਾ ਨਹਾਉਣ ਦਾ ਟਾਈਮ ਮਿਲਦਾ, ਨਾ ਚੌਂਕੇ ਵਿੱਚ ਬਹਿਣ ਦਾ ਟਾਈਮ ਮਿਲਦਾ ਹੈ। ਰਾਮ ਨਾ ਕਬਹੁ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ। ਤੇ ਪਹਿਲਾਂ ਐਡੀਆਂ ਮਸਤ ਰਹਿੰਦੀਆਂ ਸੀ ਰੱਬ ਦੀਆਂ ਬਰਕਤਾਂ ਨੂੰ ਪਾ ਕੇ, ਨਾ ਰਾਮ ਦਾ ਨਾਮ ਲੈਂਦੀਆਂ ਸੀ ਹਿੰਦਵਾਣੀਆਂ, ਨਾ ਖੁਦਾਵ ਦਾ ਨਾਮ ਲੈਂਦੀਆਂ ਸੀ ਮੁਸਲਮਾਨੀਆਂ। ਤੇ ਹੁਣ ਉਹੀ ਸਜ਼ਾਵਾਂ ਇਹਨਾਂ ਨੂੰ ਮਿਲ ਰਹੀਆਂ ਹਨ। ਰੱਬ ਦਾ ਨਾਮ ਨਾ ਲੈਣ ਦਾ ਜਿਹੜਾ ਸੀ ਨਾ, ਉਹਦੀ ਸਜ਼ਾ ਇਹਨਾਂ ਨੂੰ ਮਿਲ ਰਹੀ ਹੈ। ਇੱਕ ਘਰ ਆਵਹਿ ਆਪਣਾ ਇੱਕ ਮਿਲ ਮਿਲ ਪੁੱਛੈ ਸੁਖ। ਇੱਕ ਤੇ ਵਿਚਾਰੇ ਡਰਦੇ ਭੱਜ ਗਏ, ਤੇ ਹੁਣ ਥੋੜਾ ਜਿਹਾ ਮਾਹੌਲ ਠੰਡਾ ਹੋਇਆ, ਅੱਗ ਸ਼ਾਂਤ ਹੋਈ ਹੈ, ਬਾਬਰ ਦਾ ਡੰਡਾ ਢਿੱਲਾ ਪਿਆ ਹੈ, ਤੇ ਆਪਣੇ ਘਰ ਨੂੰ ਸਹਿਜੇ ਸਹਿਜੇ ਆਉਂਦੇ ਵੀ ਆਪਣੇ ਘਰੇ ਦੇਖੀਏ ਕੋਈ ਬਚ ਗਿਆ ਕਿ ਸਾਰਾ ਕੁਝ ਲੁੱਟਿਆ ਗਿਆ, ਫੋਗਿਆ, ਅੱਗ ਲੱਗ ਗਈ ਹੈ। ਇੱਕ ਇੱਕ ਦੂਜੇ ਨੂੰ ਮਿਲਦੇ ਆ, ਬੜੇ ਡਰਦੇ ਡਰਦੇ ਤੇ ਪੁੱਛਦੇ ਆ ਵੀ ਤੇਰੇ ਘਰੇ ਸਭ ਠੀਕ ਹੈ, ਬਚ ਗਿਆ ਹੈ ਪਰਿਵਾਰ। ਦੂਜਾ ਦੂਏ ਨੂੰ ਐਂ ਕੋਈ ਤੇ ਆਪਣਾ ਘਰ ਟੋਲਦਾ ਫਿਰਦਾ, ਜਾ ਕੇ ਵਹਿੰਦਾ ਫਿਰਦਾ, ਕੋਈ ਦੂਏ ਸਾਥੀ ਨੂੰ ਪੁੱਛਦਾ ਫਿਰਦਾ ਵੀ ਤੇਰਾ ਬਚਾਓ ਹੋਇਆ ਕਿ ਨਹੀਂ ਹੋਇਆ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁੱਖ। ਇੱਕ ਨਾ ਦੇ ਕਰਮਾਂ ਦੇ ਵਿੱਚ ਇਹੀ ਕੁਝ ਲਿਖਿਆ ਸੀ ਜੋ ਭਾਣਾ ਬੀਤ ਗਿਆ। ਬਹਿ ਬਹਿ ਕੇ ਆਪਣੇ ਦੁੱਖ ਰੋਂਦੇ, ਇੱਕ ਦੂਜੇ ਦੇ ਨਾਲ ਦੁਹੱਥੜਾਂ ਮਾਰਦੇ। ਸਾਰਾ ਪਰਿਵਾਰ ਵਿਛੜ ਗਿਆ, ਜੀ ਮਾਰੇ ਗਏ, ਕੌਣ ਕਿੱਧਰ ਨੂੰ ਚਲਾ ਗਿਆ ਕੋਈ ਪਤਾ ਨਹੀਂ ਹੈ। ਦੁਹੱਥੜਾਂ ਮਾਰ ਮਾਰ ਪਿੱਟਦੇ। ਉਹਨਾਂ ਦੇ ਕਰਮਾਂ ਵਿੱਚ ਇਹ ਪਿੱਟਣਾ ਰੋਣਾ ਲਿਖਿਆ ਹੋਇਆ ਹੈ। ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਮੇਰੇ ਕਰਤੇ, ਜੋ ਤੈਨੂੰ ਭਾਉਂਦਾ ਹੈ ਉਹੀ ਹੁੰਦਾ। ਇਹਨਾਂ ਮਨੁੱਖਾਂ ਵਿਚਾਰਿਆਂ ਦੇ ਕੀ ਹੱਥ ਹੈ, ਕੀ ਕਰ ਲੈਣਾ। ਨਾ ਬਾਬਰ ਦੇ ਕੁਛ ਹੱਥ ਹੈ ਮਾਰਨ ਵਾਲੇ ਦੇ, ਨਾ ਮਰਨ ਵਾਲਿਆਂ ਦੇ ਹੱਥ ਹੈ। ਤੇਰੀ ਕਲਮ ਹੀ ਇਹੋ ਜਿਹੀ ਵਗੀ ਹੋਈ ਹੈ। ਤੇਰੇ ਕਲਮ ਨੇ ਜੋ ਲਿਖ ਦਿੱਤਾ ਉਹੀ ਭਾਣਾ ਵਰਤਦਾ। ਮਨੁੱਖਾਂ ਦੇ ਹੱਥ ਵਿੱਚ ਕੁਛ ਨਹੀਂ ਹੈ। ਚਾਉ ਪਏ ਸੁਨ ਕਰ ਬਾਬਰ ਖਰਾ ਅਗਾਰੇ। ਇਹ ਬਚਨ ਜਦ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੁਆਰਾ ਉਚਾਰੇ, ਤੇ ਬਾਬਰ ਜਿਹੜਾ ਹੱਥ ਜੋੜ ਕੇ ਖਲੋਤਾ ਸਾਰੇ ਬਚਨ ਸੱਚੇ ਪਾਤਸ਼ਾਹ ਜੀ ਦੇ ਸੁਣ ਰਿਹਾ ਸੀ। ਹਾਥ ਬੰਦ ਕੈ ਗਿਰਾ ਉਚਾਰੇ। ਇਹ ਉਪਰੰਤ ਜੁੜੇ ਹੋਏ ਹੱਥਾਂ ਦੇ ਨਾਲ ਬਾਬਰ ਨੇ ਸਤਿਗੁਰਾਂ ਨੂੰ ਅਰਜ਼ ਕੀਤੀ, ਕਹਿਣ ਲੱਗਾ, ਅਰਥ ਸਮੇਤ ਸੁਨਾਵਹ ਮੋਹੇ। ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਇਹ ਜਿਹੜੀ ਆਪ ਨੇ ਕਲਾਮ ਉਚਾਰਿਆ ਹੈ ਇਹ ਖੁਲਾਸੇ ਦੇ ਨਾਲ ਮੈਨੂੰ ਸਮਝਾਓ, ਇਹਦੇ ਅਰਥ ਮੈਨੂੰ ਸਮਝਾਓ। ਰਾਵਰ ਕਹਿਨ ਕਾਹੇ ਪਾਰ ਹੋਏ। ਇਹ ਮਹਾਰਾਜ ਕਿਹਦੇ ਪ੍ਰਥਾਏ ਤੁਸਾਂ ਨੇ ਸਾਰਾ ਕਲਾਮ ਉਚਾਰਿਆ ਹੈ। ਸੁਨ ਬਾਬਰ ਇਹੋ ਹਤੇ ਪਠਾਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਾਬਰ ਸੁਣ ਸਾਡੇ ਬਚਨ ਨੂੰ। ਆ ਜਿਹੜੇ ਪਠਾਨ ਮਰੇ ਹੋਏ ਐ, ਲੋਟਿਓ ਸਾਗਰੋ ਨਗਰ ਮਹਾਨਾ। ਅਤੇ ਏਮਨਾਬਾਦ ਨਗਰ ਸਾਰਾ ਤੇਰੀ ਫੌਜ ਨੇ ਲੁੱਟ ਲਿਆ ਹੈ। ਸਭ ਹਨ ਕੇ ਨਾਰੇ ਗਹਿ ਲੈਨੇ। ਅਤੇ ਕਿਸੇ ਦਾ ਘਰ ਵੀ ਸੁੰਨਾ ਛੱਡਿਆ ਨਹੀਂ ਹੈ। ਮਰਦ ਮਾਰ ਦਿੱਤੇ, ਇਸਤਰੀਆਂ ਲੁੱਟ ਕੇ ਤੇਰੀ ਫੌਜ ਲੈ ਆਈ ਹੈ ਜ਼ਬਰਦਸਤੀ ਬੰਨ੍ਹ ਕੇ। ਦਲ ਮਹਿ ਆਨ ਕੈਦ ਕਰ ਦੇਨੇ। ਤੇ ਸਾਰੀਆਂ ਇਸਤਰੀਆਂ ਨੂੰ ਇਹ ਤੇਰੇ ਕੈਦਖਾਨੇ ਦੇ ਵਿੱਚ ਕੈਦ ਕਰ ਦਿੱਤਾ ਹੈ। ਕਸ਼ਟ ਸਮਾ ਅਬ ਤਿਨ ਪਰ ਆਇਓ। ਬਹੁਤ ਦੁੱਖ ਦਾ, ਬਿਪਤਾ ਦਾ ਸਮਾਂ ਇਹਨਾਂ ਇਸਤਰੀਆਂ ਦੇ ਉੱਤੇ ਆਇਆ ਹੋਇਆ ਹੈ। ਦੇਖ ਦਸ਼ਾ ਆਸ ਸ਼ਬਦ ਅਲਾਇਓ। ਤੇ ਇਹ ਅਸੀਂ ਇਹਨਾਂ ਦਾ ਦੁੱਖ ਵੇਖ ਕੇ ਇਹ ਸ਼ਬਦ ਉਚਾਰਨ ਕੀਤਾ ਹੈ। ਜਿਨ ਕਾ ਸਿਰ ਪਰ ਪਾਟੀ ਸੋਹਾਂ। ਜਿਨ੍ਹਾਂ ਦੇ ਸਿਰ ਦੇ ਉੱਤੇ ਪੱਟੀਆਂ ਸੋਹੰਦੀਆਂ ਸੀ, ਬਹੁਤ ਸੋਹਣੇ ਸੁੰਦਰ ਕੀਮਤੀ ਬਸਤਰ, ਤੇ ਬੜੇ ਸਲੀਕੇ ਦੇ ਨਾਲ ਵਾਲਾਂ ਨੂੰ ਗੁੰਦਿਆ ਹੁੰਦਾ ਸੀਗਾ। ਪੁਰਾਣੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਇਹ ਵਾਲ ਗੁੰਨਣ ਵਾਲੀਆਂ ਵੀ ਬੀਬੀਆਂ ਹੁੰਦੀਆਂ, ਜਿਹੜੀਆਂ ਵੱਡੇ ਘਰ ਦੀਆਂ ਲੜਕੀਆਂ ਬਹੂਆਂ ਦੇ ਆਣ ਕੇ ਵਾਲ ਗੁੰਦ ਕੇ ਜਾਂਦੀਆਂ, ਪੱਟੀਆਂ ਬਣਾ ਬਣਾ ਕੇ, ਕਈ ਗੁੱਤਾਂ ਬਣਾ ਕੇ ਉਹਨਾਂ ਨੇ ਗੁੰਦਣੀਆਂ। ਪੁਰਾਣੇ ਰਿਵਾਜ ਸੀਗੇ। ਤੇ ਬੀਬੀਆਂ ਨੂੰ ਹਾਰ ਸ਼ਿੰਗਾਰ ਉਹਨਾਂ ਨੇ ਆਣ ਕੇ ਕਰਨਾ। ਮਹਾਰਾਜ ਕਹਿਣ ਲੱਗੇ, ਇਹਨਾਂ ਦੇ ਵਾਲ ਸਵਾਰਨ ਵਾਲੀਆਂ ਅਲੱਗ ਸੀਗੀਆਂ, ਕੱਪੜੇ ਪਹਿਨਾਉਣ ਵਾਲੀਆਂ ਅਲੱਗ, ਸੇਵਾ ਸੰਭਾਲ ਕਰਨ ਵਾਲੀਆਂ ਅਲੱਗ। ਮੰਗ ਸੰਦੋਰ ਪਾਏ ਮਨ ਮੋਹਾਂ। ਤੇ ਇਹਨਾਂ ਦੀਆਂ ਮੰਗ ਦੇ ਵਿੱਚ ਚੀਰ ਕੱਢ ਕੇ ਤੇ ਸੰਧੂਰ ਪਾਇਆ ਜਾਂਦਾ ਸੀ, ਜੋ ਕਿ ਸੁਹਾਗਵੰਤੀ ਦੀ ਨਿਸ਼ਾਨੀ ਹੈ। ਸੋਹਤ ਸਿਰ ਹਿਤ ਭੂਖਾ ਨਰੂ ਰਨ। ਅਤੇ ਸਿਰ ਦੇ ਉੱਤੇ ਬਹੁਤ ਸੋਹਣੇ ਗਹਿਣੇ ਔਰ ਠੂਠੀਆਂ
ਗਹਿਣੇ ਦੀਆਂ ਸਿਰ ਦੇ ਉੱਤੇ ਲਾਉਣੀਆਂ, ਹੋਰ ਕਈ ਪ੍ਰਕਾਰ ਦੇ ਗਹਿਣੇ ਸਿਰ ਦੇ ਹੋਇਆ ਕਰਦੇ, ਉਹ ਸਜਾਉਂਦੀਆਂ ਹੁੰਦੀਆਂ ਸਨ ਇਹ। ਸੰਗ ਕਤਰਨੇ ਕਤਰਾ ਤੁਰਨ। ਪਰ ਤੇਰੀ ਫੌਜ ਨੇ ਕੀ ਕੀਤਾ? ਕੈਂਚੀਆਂ ਲੈ ਕੇ ਵਾਲ ਭੁੰਨ ਦਿੱਤੇ। ਜੇ ਕਿਸੇ ਨੂੰ ਕੈਂਚੀ ਨਹੀਂ ਲੱਭੀ, ਫੜੀ ਗੁੱਤਨੀ ਤੋਂ ਤਲਵਾਰ ਹੀ ਘੁਮਾ ਦਿੱਤੀ, ਵਾਲ ਲਾਹ ਦਿੱਤੇ ਸਾਰੇ, ਇਹਨਾਂ ਦੇ ਮੁੰਨ ਕੇ ਰੋਡੀਆਂ ਭੋਡੀਆਂ ਕਰ ਦਿੱਤੀਆਂ ਸਾਰੀਆਂ ਹੀ, ਵਾਲ ਸਵਾਰਨ ਵਾਲੇ ਵਾਲ ਹੀ ਨਹੀਂ ਰਹਿਣ ਦਿੱਤੇ। ਪਾਏ ਬਦਨ ਮਹਿ ਪਸਮ ਬਹੋਰੇ। ਅਤੇ ਇਸੇ ਤਰ੍ਹਾਂ ਫਿਰ ਇਹਨਾਂ ਦੇ ਮੂੰਹ ਦੇ ਵਿੱਚ ਮੁੱਠਾਂ ਭਰ ਭਰ ਕੇ ਸਵਾਹ ਦੀਆਂ, ਰਾਖ ਦੀਆਂ, ਮਿੱਟੀ ਦੀਆਂ ਪਾਈਆਂ ਤੇਰੀ ਫੌਜ ਨੇ। ਕਹੈ ਬਤਾਵਹੁ ਮਾਇਆ ਔਰੇ। ਮਿੱਟੀ ਪਾਉਣ ਦਾ ਕਾਰਨ ਕੀ? ਮਹਾਰਾਜ ਕਹਿਣ ਲੱਗੇ ਇਹਨਾਂ ਦੀ ਬੇਇੱਜ਼ਤੀ ਤੇਰੀ ਫੌਜ ਤਾਂ ਕਰਦੀ ਸੀ। ਪੁੱਛਦੇ ਸੀ ਇਹਨਾਂ ਨੂੰ ਵੀ ਦੱਸੋ ਮਾਇਆ ਕਿੱਥੇ ਤੁਹਾਡੇ ਘਰਾਂ ਵਾਲਿਆਂ ਦੀ ਦੱਬੀ ਹੋਈ ਹੈ, ਤੁਸੀਂ ਪੈਸਾ ਕਿੱਥੇ ਰੱਖਿਆ, ਗਹਿਣੇ ਕਿੱਥੇ ਰੱਖੇ ਹੈ। ਉਹਦੇ ਵਾਸਤੇ ਇਹ ਬੇਪਤੀ ਇਹਨਾਂ ਔਰਤਾਂ ਦੀ ਕਰਦੇ ਸੀ। ਜੇਹ ਮੁਖ ਨਾਨਾ ਵਿਅੰਜਨ ਖਾਇਓ। ਜਿਹੜੇ ਮੂੰਹ ਥਾਣੀ ਨਾਨਾ ਪ੍ਰਕਾਰ ਦੇ ਭੋਜਨੇ ਖਾਇਆ ਕਰਦੀਆਂ। ਸ਼੍ਰੀ ਕਰਤਾਰ ਨਾਮ ਅਲਾਇਓ। ਤੇ ਉਹ ਮੂੰਹ ਥਾਣੀ ਕਰਤੇ ਦਾ ਨਾਮ ਤੇ ਕੀ ਲੈਣਾ, ਗਾਂਧੀ ਬੋਲਦੀਆਂ, ਗਾਲਾਂ ਦਿਆ ਕਰਦੀਆਂ ਸੀ ਨੌਕਰਾਂ ਨੂੰ। ਤੇਹ ਮੁਖ ਵਿਸ਼ਟਾ ਬੰਧ ਸੋ। ਉਹ ਮੂੰਹ ਜਿਹੜਾ ਚੰਗਾ ਖਾ ਕੇ ਮੰਦਾ ਬੋਲਦਾ ਸੀ, ਤੇਰੇ ਫੌਜੀਆਂ ਨੇ ਗੰਦਗੀ ਜਿਹੜੀ ਹੈ ਉਹ ਤੋਬਰੇ ਇਹਨਾਂ ਦੇ ਮੂੰਹ ਨੂੰ ਚੜਾ ਦਿੱਤੇ, ਬੰਨ੍ਹ ਦਿੱਤਾ ਗੰਦ। ਕਹੈ ਦੇਹੋ ਧਨ ਗਾੜਿਓ ਜੋ। ਤੇ ਗੰਦ ਕਾਹਦੇ ਵਾਸਤੇ ਬੰਨਿਆ? ਵੀ ਜਾਂ ਤਾਂ ਦੱਸ ਦੇਵੋ ਮਾਇਆ ਕਿੱਥੇ ਦੱਬੀ ਹੋਈ ਆ, ਦੇ ਦੇਵੋ, ਤੇ ਨਹੀਂ ਤੇ ਇਸ ਤਰ੍ਹਾਂ ਤੋਬਰੇ ਗੰਦ ਦੇ ਬੰਨੇ ਮਾਰ ਦੇਵਾਂਗੇ ਤੁਹਾਡੇ ਮੂੰਹ ਨੂੰ ਚੜਾ ਕੇ। ਮੰਦਰ ਸੁੰਦਰ ਮਹਿ ਦਿਨ ਰਹਿਣਾ। ਦਿਨੇ ਰਾਤ ਸੋਹਣੇ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ। ਰਹਿਤ ਸਦਾ ਸੰਤ ਪਿਖੈ ਨਾ ਨੈਣਾ। ਤੇ ਅੱਖਾਂ ਦੇ ਵਿੱਚ ਸੋਹਣਾ ਸੁਹੱਪਣ ਸੁੰਦਰ ਵਸਤੂਆਂ ਹੀ ਵੇਖਿਆ ਕਰਦੀਆਂ ਸਨ। ਬੈਸਨ ਮਿਲੈ ਨਾ ਸੋ ਅਬ ਪਾਸੇ। ਤੇ ਉਹਨਾਂ ਨੂੰ ਹੁਣ ਬਹਿਣਾ ਨਹੀਂ ਮਿਲਦਾ। ਐਸੋ ਪ੍ਰਾਪਤ ਭਾ ਦੁਖ ਰਾਸੇ। ਆਪਣੇ ਪਤੀ ਨੂੰ ਦੇਖਣਾ ਹੀ ਨਹੀਂ ਮਿਲਦਾ। ਪਾਸ ਤੇ ਬਹਿਣਾ ਕੀ, ਦੂਰ ਤੋਂ ਹੀ ਦੇਖ ਲੈਣ ਵੀ ਉਹ ਸਾਡਾ ਪਤੀ ਖੜਾ ਹੈ, ਦੇਖਣਾ ਨਹੀਂ ਮਿਲਦਾ। ਬਹਿਣਾ ਤਾਂ ਕਿਸੇ ਨੂੰ ਕੀ ਮਿਲਣਾ ਹੈ। ਵਾਹਿਗੁਰੂ ਜੋ ਕਰਨੇ ਹਾਰਾ। ਉਹ ਜਿਹੜਾ ਕਰਤਾ ਪੁਰਖ ਵਾਹਿਗੁਰੂ ਅਚਰਜ ਸਰੂਪ ਹੈ, ਉਹੀ ਸਾਰੇ ਇਹ ਕੌਤਕ ਕਰਦਾ ਹੈ। ਤਿਸ ਕੋ ਬੰਧਨ ਬਾਰੰਬਾਰਾ। ਇਸ ਵਾਸਤੇ ਅਸੀਂ ਉਸ ਨਿਰੰਕਾਰ ਨੂੰ, ਅਚਰਜ ਸਰੂਪ ਕਰਤੇ ਨੂੰ ਬਾਰ-ਬਾਰ ਨਮਸਕਾਰਾਂ ਕਰਦੇ ਹਾਂ। ਸਭ ਕੇ ਆਦ ਪੁਰਖ ਅਬਨਾਸੇ। ਸਾਰਿਆਂ ਦਾ ਉਹ ਕਰਤਾ ਪੁਰਖ ਵਾਹਿਗੁਰੂ ਜੋ ਨਾਸ ਤੋਂ ਰਹਿਤ ਹੈ। ਕਿਸ ਬਿਦ ਅੰਤ ਨਾ ਪਾਇਆ ਜਾਸੇ। ਜਿਹਦਾ ਕਿਸੇ ਤਰ੍ਹਾਂ ਵੀ ਅੰਤ ਨਹੀਂ ਪਾਇਆ ਜਾਂਦਾ, ਉਹ ਬੇਅੰਤ ਤੋਂ ਬੇਅੰਤ ਹੈ। ਕਰ ਕਰ ਵੇਖੈ ਹੈ ਚੋਜ ਕਨੇਰੇ। ਉਹਦੇ ਚੋਜ ਕਰਕੇ ਦੇਖਦਾ ਹੈ। ਪਹਿਲਾਂ ਸੁਖ ਵੀ ਰੱਜ ਕੇ ਦਿੱਤੇ, ਹੁਣ ਦੁੱਖ ਵੀ ਉਹ ਰੱਜ ਕੇ ਦੇ ਰਿਹਾ ਹੈ। ਜਿਉ ਚਾਹਤ ਤਿਉ ਕਰ ਬਿਨ ਦੇਰੇ। ਜਿਵੇਂ ਉਹਦੀ ਮਰਜ਼ੀ ਹੁੰਦੀ ਹੈ ਨਾ ਵੀ ਐ ਹੋਣਾ ਚਾਹੀਦਾ, ਇੱਕ ਛਿਨ ਮਾਤਰ ਦੇ ਵਿੱਚ ਬਿਨਾਂ ਦੇਰੀ ਤੋਂ, ਅੱਖ ਝਮਕਣ ਤੋਂ ਵੀ ਪਹਿਲਾਂ ਉਹ ਉਵੇਂ ਹੀ ਕਰ ਦਿੰਦਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਵੋ ਪੰਡਤ। ਇੱਕ ਛਿਨ ਮਾਤਰ, ਇੰਨਾ ਸਮਾਂ ਨਹੀਂ ਲੱਗਦਾ ਹੈ। ਉਹ ਕਰਤਾ ਮੇਰਾ ਅਚਰਜ ਸਰੂਪ ਵਾਹਿਗੁਰੂ ਜੋ ਵੀ ਚਾਹੇ ਕਿ ਛਿਨ ਮਾਤਰ ਅੱਖ ਝਮਕਣ ਤੋਂ ਵੀ ਪਹਿਲਾਂ ਕਰ ਦਿੰਦਾ ਹੈ। ਜਬ ਇਨ ਅੰਗ ਨਾ ਪੈ ਵਿਆਹ। ਸੋ ਜਦੋਂ ਇਹਨਾਂ ਇਸਤਰੀਆਂ ਦੇ ਵਿਆਹ ਹੋਏ ਸਨ, ਸੋਹਤ ਭਰਤਾ ਬੈਠੇ ਪਾਹ। ਤੇ ਤਦੋਂ ਤੋਂ ਲੈ ਕੇ ਇਹਨਾਂ ਦੇ ਪਤੀ ਇਹਨਾਂ ਦੇ ਅੰਗ ਸੰਗ ਨਾਲ ਹੀ ਰਿਹਾ ਕਰਦੇ ਸੀ, ਕਦੀ ਵਿਛੋੜਾ ਨਹੀਂ ਸੀ ਇਹਨਾਂ ਦਾ ਪਿਆ। ਹਿੰਡੋਲਨ ਪਰ ਚੜ ਕਰ ਆਏ। ਇਹ ਹੰਡੋਲਾਂ ਪਾਲਕੀਆਂ ਦੇ ਵਿੱਚ ਬਹਿ ਕੇ ਆਈਆਂ ਸੀ ਆਪਣੇ ਸਹੁਰੇ ਘਰੀ। ਪ੍ਰਥਮ ਬਦਨ ਮਹਿ ਪਾਏ ਮਿਠਾਏ। ਤੇ ਜਿਆਦੇ ਵਿਆਹੀਆਂ ਆਈਆਂ ਤੇ ਇਹਨਾਂ ਦੇ ਮੂੰਹ ਜਿਹੜੇ ਐ ਖੰਡ ਘਿਓ ਨਾਲ ਮਿੱਠੇ ਕਰਵਾਏ ਗਏ ਸੀਗੇ। ਵਾਰੇ ਵਾਰ ਵਾਰ ਵਰਵਾਰੇ। ਤੇ ਇਸ ਤਰ੍ਹਾਂ ਇਹਨਾਂ ਦੀਆਂ ਸੱਸਾਂ ਨੇ ਵਾਰ-ਵਾਰ ਪਾਣੀ ਵਾਰਿਆ। ਉਹਦਾ ਇੱਕ ਸ਼ਗਨ ਮੰਨਿਆ ਜਾਂਦਾ ਹੈਗਾ ਵੀ ਜਿੰਨੇ ਵੀ ਦੁੱਖ ਹਨ ਮੇਰੇ ਪੁੱਤ ਤੇ ਮੇਰੀ ਨੂੰਹ ਦੇ, ਮੈਂ ਪਾਣੀ ਵਾਂਗੂ ਪੀ ਲਾਂ, ਮੇਰੇ ਬੱਚਿਆਂ ਨੂੰ ਦੁੱਖ ਕੋਈ ਨਾ ਹੋਵੇ। ਇਹਦਾ ਭਾਵ ਇਹ ਜਾਣਿਆ ਜਾਂਦਾ ਹੈਗਾ ਪਾਣੀ ਵਾਰ ਕੇ ਪੀਣ ਦਾ, ਵੀ ਪਾਣੀ ਵਾਂਗੂ ਦੁੱਖ ਪੀ ਲਵਾਂ, ਮੇਰੇ ਬੱਚਿਆਂ ਨੂੰ ਕੋਈ ਦੁੱਖ ਨਾ ਆਵੇ। ਜਿਆਦੇ ਵਿਆਹੀਆਂ ਆਈਆਂ ਤੇ ਵਾਰ-ਵਾਰ ਮਾਵਾਂ ਨੇ ਪਾਣੀ ਵਾਰ ਕੇ ਪੀਤਾ ਸੀ। ਪੀਵਹਿ ਹੋਤ ਹਾਰਖ ਔਰ ਭਾਰੇ। ਤੇ ਬਹੁਤ ਖੁਸ਼ੀ ਮਨਾਈ ਗਈ ਸੀ ਉਸ ਵੇਲੇ ਜਦ ਵਿਆਹ ਹੋ ਕੇ ਆਈਆਂ ਸਨ। ਦਾਸੇ ਬਿਜਨਾ ਫੇਰਹਿ ਤਾਹੇ। ਅਤੇ ਉਸ ਵੇਲੇ ਦਾਸੀਆਂ ਸੇਵਕਾਂ
ਇਹਨਾਂ ਨੂੰ ਪੱਖੀਆਂ ਚੱਲਦੀਆਂ ਸੀ। ਦਰਪਨ ਵਿੱਚ ਲਗੇ ਹੈ ਜਾਹੇ, ਜਿਨ੍ਹਾਂ ਪੱਖੀਆਂ ਦੇ ਵਿੱਚ ਸ਼ੀਸ਼ੇ ਲੱਗੇ ਹੋਏ ਝਮਕਾਰੇ ਮਾਰਦੇ, ਲਿਸ਼ਕਾਰੇ ਮਾਰਦੇ। ਚਮਕਤ ਤੇ ਦੁੱਤ ਹੋਤ ਬਸਾਲਾ, ਜਦੋਂ ਪੱਖੀਆਂ ਚੱਲਦੀਆਂ ਤੇ ਉਹਨਾਂ ਦੇ ਲਿਸ਼ਕਾਰੇ ਪੈਂਦੇ ਸੀ ਸ਼ੀਸ਼ੇ ਲੱਗੇ ਹੋਣ ਕਰਕੇ। ਬਹੁਤ ਬਿਲੋ ਕਹੈ ਮਿਲ ਤਹਿ ਕਾਲਾ, ਤੇ ਉਸ ਵੇਲੇ ਬਹੁਤ ਲੋਕ ਇਹਨਾਂ ਬੀਬੀਆਂ ਨੂੰ ਤੱਕਦੇ ਵੀ ਇਹ ਨਵੀਆਂ ਵਿਆਹੀਆਂ ਹੋਈਆਂ ਬਹੂ ਆਈਆਂ ਹਨ। ਦੋਹਰਾ ਖਾਵਤ ਖਾਰਗ ਗਰੇ ਪੁਨ ਲੈ ਕਰ ਭਰਤੇ ਪਾਸ, ਤੇ ਇਹਨਾਂ ਦੇ ਆਦਮੀ ਮਰਦ, ਇਹਨਾਂ ਦੇ ਪਤੀ ਇਹਨਾਂ ਦੇ ਖਾਣ ਪੀਣ ਦਾ ਖਾਸ ਖਿਆਲ ਰੱਖਦੇ। ਗਰੀਆਂ ਸ਼ਵਾਰੇ ਲਿਆ ਕੇ ਇਹਨਾਂ ਨੂੰ ਦਿੰਦੇ ਖਾਣ ਵਾਸਤੇ। ਸੇਜਾ ਮਣਹਿ ਭਾਵਤੇ ਬਿਲਸਦ ਬਹੁਤ ਬਿਲਾਸ, ਤੇ ਇਸ ਤਰ੍ਹਾਂ ਆਪਣੇ ਮਨ ਭਾਉਂਦੇ ਇਹ ਸੁਹਾਗ ਭਾਗ ਆਪਣਾ ਮਨਾਉਂਦੀਆਂ। ਚਾਉ ਪਏ ਅਬ ਪਾਥਰ ਤਿਨ ਕੇ ਗਰ ਪਾਵਹਿ, ਉਹ ਗਰੀ ਸ਼ਵਾਰੇ ਖਾਣ ਵਾਲਿਆਂ ਦੇ ਮੂੰਹ ਵਿੱਚ ਹੁਣ ਪੱਥਰ ਪੈ ਰਹੇ ਐ। ਮੋਤਿਨ ਮਾਲ ਟੂਟ ਕਰ ਜਾਵਹਿ, ਗਲਾਂ ਵਿੱਚ ਮੋਤੀਆਂ ਦੀਆਂ ਮਾਲਾ ਪਾਈਆਂ ਹੁੰਦੀਆਂ ਸੀ, ਟੁੱਟ ਕੇ ਪਤਾ ਨਹੀਂ ਕਿੱਥੇ ਖਿਲਰ ਗਈਆਂ, ਡਿੱਗ ਪਈਆਂ ਹਨ। ਜੋਬਨ ਦਰਬ ਦੋ ਸੁਖਦਾਏ, ਇਹਨਾਂ ਦਾ ਹੁਸਨ ਜੋਬਨ ਤੇ ਮਾਇਆ ਦੋਵੇਂ ਵੈਰੀ ਬਣ ਗਏ ਹਨ। ਤਿਨ ਤੇ ਆਬ ਬਹੁਤੇ ਦੁਖ ਪਾਏ, ਉਹ ਜੋਬਨ ਕਰਕੇ ਵੀ ਦੁਖੀ ਹੋ ਰਹੀਆਂ, ਪਤੀ ਮਰ ਗਏ ਐ। ਸੁੰਦਰ ਸਰੂਪ ਹੋਣ ਕਰਕੇ ਜਿਹਦਾ ਜੀ ਕਰਦਾ ਫੜ ਕੇ ਲੈ ਜਾਂਦੇ ਵਿਆਹ ਕਰਾਉਣ ਨੂੰ, ਤੇ ਮਾਇਆ ਕਰਕੇ ਵੀ ਇਹ ਦੁਖੀ ਹੋ ਰਹੀਆਂ ਹਨ। ਦੋਵੇਂ ਵੈਰੀ ਬਣੇ ਹੋਏ ਇਹਨਾਂ ਦੇ। ਤਰੁਨ ਬੈਸ ਪੁਨ ਜੇ ਧਨਵਾਨਾ, ਇਹ ਜਿਹੜੀਆਂ ਮਾਇਆ ਧਾਰੀ ਹਨ ਤੇ ਜਵਾਨ ਅਵਸਥਾ ਵਾਲੀਆਂ, ਤਿਨ ਗਹਿ ਦਇਓ ਸਾਸ ਨਾ ਦਾਨਾ, ਇਹਨਾਂ ਨੂੰ ਫੜ ਕੇ ਬਹੁਤ ਤਾੜਨਾ ਦਿੱਤੀ, ਕੁੱਟਮਾਰ ਬੇਪਤੀ ਕਰ ਰਹੀ ਹੈ ਫੌਜ ਤੇਰੀ। ਕਹੈ ਔਰ ਦੇਵਹੁ ਸਭ ਮਾਇਆ, ਕਹਿਣ ਲੱਗੇ ਮਾਇਆ ਦੇਵੋ, ਕਿੱਥੇ ਦੱਬੀ ਹੋਈ ਹੈ, ਜਿੱਥੇ ਵੀ ਰੱਖੀ ਕੱਢ ਕੇ ਸਾਡੇ ਹਵਾਲੇ ਕਰੋ। ਦੋ ਤਿੰਨ ਬਾਂਧੇ ਪਤ ਗਵਾਇਆ, ਇਸ ਤਰ੍ਹਾਂ ਦੂਤਾਂ ਤੇਰੀਆਂ ਫੌਜ ਦੇ ਨੇ ਬੰਨਿਆ ਹੋਇਆਂ ਨੇ, ਇਹਨਾਂ ਦੀ ਪਤ ਗਵਾਰੇ ਲਾ ਰਹੇ ਹਨ। ਜੋ ਬੇਦ ਵਾਹਿਗੁਰੂ ਕੋ ਪਾਏ, ਮਹਾਰਾਜ ਕਹਿਣ ਲੱਗੇ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਦੇ ਸਜਾਏ ਕਿਦੋਂ ਵਡਿਆਏ, ਉਹ ਸਜਾ ਦੇਵੇ ਤੇ ਭਾਵੇਂ ਵਡਿਆਈ ਦੇਵੇ। ਇਹ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ, ਨਿਰੰਕਾਰ ਦੇ ਹੱਥ ਦੇ ਵਿੱਚ ਹੈ। ਤੇੜ ਪਟੰਬਰ ਸਿਰ ਜ਼ਰ ਤਾਰੇ, ਇਸੇ ਤਰ੍ਹਾਂ ਬੜੇ ਸੋਹਣੇ ਸੋਨੇ ਦੀਆਂ ਤਾਰਾਂ, ਚਾਂਦੀ ਦੀਆਂ ਤਾਰਾਂ ਨਾਲ ਬੁਣੇ ਹੋਏ ਰੇਸ਼ਮੀ ਕੱਪੜੇ ਪਹਿਨਿਆ ਕਰਦੀਆਂ। ਸੀਸ ਦੇ ਉੱਤੇ ਕਈ ਤਰ੍ਹਾਂ ਦੇ ਗਹਿਣੇ ਸਜਾਇਆ ਕਰਦੀਆਂ। ਸੂਛਮ ਉਦਰ ਪਾਨ ਅਨੁਹਾਰੇ, ਅਤੇ ਬੜਾ ਸੋਹਣਾ ਸੁੰਦਰ ਸਰੀਰ ਸੀਗੇ ਇਹਨਾਂ ਦੇ। ਮਾਨਵ ਕੇ ਕੋ ਗਿਨਤੇ ਕਰੇ, ਮਨੁੱਖ ਦੀ ਕੀ ਗਿਣਤੀ ਹੈ। ਸੂਰਜ ਚੰਦਰ ਦ੍ਰਿਸ਼ਟ ਨਹਿ ਪਰੇ, ਐਸਾ ਮਨੁੱਖ ਨੇ ਕੀ ਵੇਖਣਾ ਇਹਨਾਂ ਨੂੰ। ਇਹਨਾਂ ਨੂੰ ਤੇ ਚੰਦ ਸੂਰਜ ਨਹੀਂ ਸੀ ਕਿਤੇ ਦੇਖ ਸਕਦਾ। ਮਹਿਲਾਂ ਵਿੱਚ ਰਹਿੰਦੀਆਂ ਹੋਈਆਂ ਨੂੰ ਕਈ ਪਰਦਿਆਂ ਵਿੱਚ ਰਹਿੰਦੀਆਂ ਸਨ। ਪਗ ਸੋ ਮਾਰਗ ਚਾਲਤ ਨਾ ਜੋ, ਆਪਣੇ ਪੈਰੀ ਕਦੀ ਇਹਨਾਂ ਸਫ਼ਰ ਨਹੀਂ ਸੀ ਕੀਤਾ, ਤੁਰੀਆਂ ਨਹੀਂ ਸੀਗੀਆਂ। ਬਾਂਧ ਲਈ ਮੁਗਲਨ ਅਬ ਸੋ, ਤੇ ਪਰ ਹੁਣ ਬਾਬਰ ਤੇਰੀ ਫੌਜ ਨੇ ਬੰਨ ਲਿਆਂਦੀਆਂ। ਇਹ ਸ਼ਬਦ ਮਹਾਰਾਜ ਉਚਾਰਨ ਕਰਕੇ ਬਾਬਰ ਨੂੰ ਸੁਣਾ ਰਹੇ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਮਿਹਰ ਕਰਨ। ਉਹਦੇ ਭੈ ਨੂੰ ਪਹਿਲਾਂ ਮਨ ਦੇ ਵਿੱਚ ਵਸਾਇਆ ਜਾਵੇ ਤਾਂ ਇਹ ਜਿਹੇ ਭਾਣੇ ਵੇਖਣੇ ਹੀ ਨਾ ਪੈਣ। ਸਤਿਗੁਰੂ ਜੀ ਮਿਹਰ ਕਰਨ, ਦਇਆ ਕਰਨ। ਇਹ ਸਾਰਾ ਕੌਤਕ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਸਾਰਾ ਦੱਸ ਦਿੱਤਾ ਸੀਗਾ। ਸਤਿਗੁਰੂ ਜੀ ਰਹਿਮ ਕਰਕੇ ਆਪਣੇ ਜਾਣ ਕੇ ਬਖਸ਼ਣ। ਨਾ ਤਾਂ ਮਾਣ ਹੋਵੇ ਨਾ ਹੰਕਾਰ ਹੋਵੇ, ਕਿਉਂਕਿ ਹਉਮੈ ਭਾਉਂਦੀ ਨਹੀਂ ਹੈ ਪਰਮੇਸ਼ਵਰ ਨੂੰ। ਸੋ ਇਸ ਵਾਸਤੇ ਗਰੀਬ ਨਵਾਜ ਆਪਣੇ ਚਰਨਾਂ ਵਿੱਚ ਰੱਖ ਕੇ ਨਿਮਰ ਭਾਵ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਾਉਣ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਵਨਾਸੀ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜ।